देश दुनिया च बसते पंजाबियों को जी आया। मैं हरजिंदर सिंह रंधावा, तुम देख रहे हो पंजाब टैलीविजन और मेरे नाल ने सरदार नरिंदरपाल सिंह। इतिहास दियां परतां च दफन इबारतां शादी भरदियां ने कि अक्सर पत्तणां दे तारू कंडियां ते डुबे। कैप्टन अमरिंदर सिंह अचनचेत प्रशांत किशोर के बारे च स्टेटमेंट देंदे है कि टिकटां देण च प्रशांत दी कोई भूमिका नहीं, कोई लागा देगा नहीं जी। ਇਹਦਾ मतलब कि बेचैनी ਦਾ ਪੱਧਰ ਇੱਥੋਂ ਇੱਥੇ ਚਲੇ ਗਿਆ। सही गल। ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵਿਰੋਧ ਦੇ ਪਾਤਰ ਬਣ ਜਾਂਦੇ ਆ। बिल्कुल सही गल। ਇਤਿਹਾਸ ਵਿੱਚ ਸੰਗਤ 21 ਵਿਸਵੇ ਹੈ, ਗੁਰੂ 20 ਵਿਸਵੇ। ਇੱਕ ਹੋਰ ਸਵਾਲ ਉੱਠਦਾ ਹੈ ਕਿ ਕੀ ਮਹਾਨ ਅਸਥਾਨਾਂ ਤੇ ਮੁਰਦਾਬਾਦ ਦੇ ਨਾਰੇ ਲੱਗਣੇ ਵੀ ਚਾਹੀਦੇ ਕਿ ਨਹੀਂ? ਸੰਗਤ ਨੂੰ ਵੀ ਸੋਚਣਾ ਚਾਹੀਦਾ। सही गल। ਤੀਜੀ ਗੱਲ, ਨਵਜੋਤ ਸਿੰਘ ਸਿੱਧੂ ਬਰਗਾੜੀ ਦੇ ਨੇੜਲੇ ਬੁਰਜ ਜਵਾਰ ਸਿੰਘ ਵਾਲਾ ਚ ਇੱਕ ਵੀਡੀਓ ਬਣਾ ਕੇ ਪਰਤਾਏ। सही गल। ਲੋਕ ਪ੍ਰੋਗਰਾਮ ਮੰਗਦੇ ਰਹਿ ਗਏ, ਸਿੱਧੂ ਸਾਹਿਬ ਹਾਜ਼ਰੀ ਲਵਾ ਕੇ ਹੋ ਗਏ। ਪੰਜਾਬ ਦੀ ਸਮੁੱਚੀ ਸਿਆਸੀ ਫਿਜ਼ਾ ਚ ਇੱਕ ਵਾਰੀ ਫਿਰ ਤਲਖੀ ਆ, ਬੇਚੈਨੀ ਹੈ, ਇੱਕ ਵਾਰੀ ਮੁੜ ਕੇ ਅਸਮੰਜਸ ਹੈ ਕਿ ਆਖਰ ਕੋਈ ਰਾਹ ਕਿੱਧਰ ਨਿਕਲੂ। ਇਹ ਬਹੁਤ ਵੱਡੇ ਸਵਾਲ ਆ ਦੋਸਤੋ। ਹਰ ਦਿਨ ਇੱਕ ਇਤਿਹਾਸ ਹੈ ਤੇ ਹਰ ਦਿਨ ਦਾ ਇੱਕ ਅੱਗਾ ਤੇ ਇੱਕ ਪਿੱਛਾ ਹੈ। ਸਾਡੇ ਪਿੱਛੇ ਅਸੀਂ ਜੋ ਦੇਖਦੇ ਆ ਉਹਦੇ ਵਿੱਚ ਸਾਡੇ ਸਿਆਸਤਦਾਨ ਤੇ ਸਾਡੇ ਪ੍ਰਸ਼ਾਸਕ ਹਮੇਸ਼ਾ ਅਸਫਲ ਦਿਸਦੇ ਆ। ਹਮੇਸ਼ਾ ਬਹੁਤ ਗਿਣਤੀ, ਬਹੁਤ ਘੱਟ ਲੋਕਾਂ ਨੇ ਹਿੱਸੇਆਈ ਜ਼ਿੰਮੇਵਾਰੀ ਢੰਗ ਨਾਲ ਨਿਭਾਈ ਤੇ ਅਗਾਂਹ ਵੱਲ ਤੱਕਦਿਆਂ ਟੋਟਲ ਹਨੇਰਾ ਹੈ, ਕੋਈ ਰਾਹ ਨਹੀਂ ਦਿਸਦਾ। ਸਹੀ ਗੱਲ। ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਔਰ ਸੁਖਬੀਰ ਸਿੰਘ ਬਾਦਲ, ਜੇ ਚਿਹਰਿਆਂ ਦੀ ਰਾਜਨੀਤੀ ਵੇਖਣੀ ਹੋਵੇ ਤੇ ਤਿੰਨ ਚਿਹਰੇ ਆ ਸਿਰਫ ਪੰਜਾਬ 'ਚ ਫਿਲਹਾਲ। ਬਾਕੀ ਸੈਕੰਡ ਕਤਾਰ 'ਚ ਚਲੇ ਜਾਂਦੇ। ਜਿਹੜੇ ਪਪੂਲਰ ਫੇਸਸ ਨੇ ਤਿੰਨ ਨੇ, ਔਰ ਜੇ ਤਿੰਨਾਂ ਦੀ ਕ੍ਰੈਡੀਬਿਲਿਟੀ ਦੇਖਣੀ ਹੋਵੇ ਤੇ ਲੋਕ ਹਿੱਤਾਂ ਦੇ ਮਾਮਲੇ 'ਚ ਤਿੰਨੇ ਕਿਸੇ ਜਗ੍ਹਾ ਨਿੱਠ ਕੇ ਖਲੋਂਦੇ ਦਿਸਦੇ ਨਹੀਂ। ਤੇ ਮੈਨੂੰ ਜਰਾ ਦੱਸਿਓ ਕਿ ਕੈਪਟਨ ਸਾਹਿਬ ਨੂੰ ਜਦੋਂ ਸਿਆਸੀ ਪੰਡਤ ਅਖਬਾਰਾਂ ਦੇ ਲੇਖਾਂ ਰਾਹੀਂ, ਐਸੇ ਵਿਸ਼ਲੇਸ਼ਣਾਂ ਰਾਹੀਂ ਕਹਿੰਦੇ ਸੀ ਕਿ ਸੁੱਤੇ ਪਿਆਂ ਕਪਤਾਨ ਸਾਹਿਬ ਨੇ ਪ੍ਰਸ਼ਾਂਤ ਕਿਸ਼ੋਰ ਪੈਦਾ ਕਰਕੇ ਸਾਹਮਣੇ ਖਿਲਾਰਤਾ ਤੇ ਉਹਨੇ ਸਰਕਾਰੀ ਆਵਾਸ ਦੇ ਵਿੱਚੋਂ ਮੀਟਿੰਗਾਂ ਸ਼ੁਰੂ ਕਰ ਲਈਆਂ। ਇੱਕ ਠੀਕ ਦਿਸ਼ਾ 'ਚ ਚੱਲਦੀ ਗਵਰਨਮੈਂਟ, ਕਿਉਂਕਿ ਵਿਰੋਧ ਕੇਂਦਰ ਨਾਲ ਲੱਗ ਗਿਆ, ਇੱਧਰ ਅਕਾਲੀਆਂ ਦਾ ਰਿਹਾ, ਆਪ ਸਿਰੇ ਨਹੀਂ ਸੀ ਚੜ ਰਹੀ। ਕੈਪਟਨ ਸਾਹਿਬ ਸੇਫ ਗੇਮ ਖੇਡਦੇ ਪਏ ਸੀ। ਅਚਨਚੇਤ ਉਹ ਇੱਕ ਸੈਲਫ ਗੋਲ ਕਰਦੇ ਆ ਕਿ ਵਾਅਦਿਆਂ ਤੇ ਲਾਰਿਆਂ ਦੀ ਰਾਜਨੀਤੀ ਦਾ ਲੋਕਾਂ ਨੂੰ ਚੇਤਾ ਕਰਾ ਦਿੰਦੇ ਆ ਕਿ 17 ਚ ਮੈਂ ਲਾਰੇ ਲਾ ਕੇ ਆਇਆ ਸੀ ਤੇ ਲਾਰਿਆਂ ਦਾ ਸਭ ਤੋਂ ਵੱਡਾ ਸੁਦਾਗਰ ਫਿਰ ਪੇਸ਼ ਕਰਤਾ ਗਿਆ। ਸੁਨਹਿਰੀ ਸੁਪਨੇ, ਮੁੰਗੇਰੀ ਲਾਲ ਦੇ ਹਸੂਸ ਸੁਪਨੇ ਦਿਖਾਉਣ ਵਾਲਾ ਫਿਰ ਮੈਂ ਲੈਂਦਾ ਜੀ। ਤੇ ਹੁਣ ਫਿਰ ਦੱਸੋ ਕਿ ਇਹ ਪਾਣੀ ਇੰਨੀ ਛੇਤੀ ਚੜ ਗਿਆ ਕਿ ਦੇਖੋ ਸਵਾਲ ਬੜਾ ਸਾਫ਼ ਹੈ ਕਿ ਪਹਿਲੇ ਦਿਨ ਤੋਂ ਹੀ ਜਿਹੜੀ ਖਬਰ ਮੁੜ ਕੇ ਸਾਹਮਣੇ ਆਈ ਕਿ ਜਿਹੜੇ 32 ਚਿਹਰੇ 2017 ਚ ਲਿਆਂਦੇ ਸੀ ਨਵੇਂ, ਸਭ ਤੋਂ ਪਹਿਲਾਂ ਉਹਨਾਂ ਦੀ ਕਾਰਗੁਜ਼ਾਰੀ ਵੇਖੀ ਜਾਣੀ ਸੀ ਤੇ ਇਹ ਸੁਝਾ ਰਿਹਾ ਸੀ ਕਿ ਸ਼ਾਇਦ ਇਹ ਚਿਹਰੇ ਬਦਲ ਦਿੱਤੇ ਜਾਣੇ ਨੇ ਜੀ। ਹੁਣ ਜੇ ਕਪਤਾਨ ਸਾਹਿਬ ਦੀ ਮੰਨ ਲਓ ਵੀ ਜੇ ਵਾਕਿਆ ਹੀ ਪ੍ਰਸ਼ਾਂਤ ਕਿਸ਼ੋਰ ਦਾ ਕੋਈ ਲਾਗਾ ਦੇਗਾ ਨਹੀਂ ਹੈ ਤੇ ਫਿਰ ਪ੍ਰਸ਼ਾਂਤ ਕਿਸ਼ੋਰ ਜਿਹੜੇ ਸਿਆਸਤ ਦੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਵੀ ਨਹੀਂ ਨੇ, ਨਾ ਤੇ ਉਹ ਕੋਈ ਚੁਣੇ ਹੋਏ ਨੁਮਾਇੰਦੇ ਨੇ, ਨਾ ਪਾਰਟੀ ਦੇ ਪ੍ਰਧਾਨ ਨੇ, ਫਿਰ ਉਹ ਕਿਸ ਹੈਸੀਅਤ ਦੇ ਵਿੱਚ ਇਹਨਾਂ ਵਿਧਾਇਕਾਂ ਦਾ ਲੇਖਾ ਜੋਖਾ ਕਰ ਰਹੇ ਸੀ। ਬਿਲਕੁਲ ਦਰੁਸਤ ਤੁਹਾਡੀ ਗੱਲ। ਇਹਦੇ ਨਾਲ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਸਰਕਾਰ ਦੀਆਂ ਅੱਖਾਂ ਤੇ ਕੰਨ ਹਮੇਸ਼ਾ ਖੁੱਲੇ ਰਹਿੰਦੇ ਨੇ। ਉਹਦੇ ਕੋਲ ਥੱਲੇ ਖੁਫੀਆ ਤੰਤਰ ਦਾ ਵਿਸ਼ਾਲ ਜਾਲ ਹੈ, ਜਿਹੜੇ ਇਹ ਵੀ ਦੱਸ ਦਿੰਦੇ ਨੇ ਕਿ ਸਰ ਜੇ ਤੁਸੀਂ ਕਹੋ ਤੇ ਮੈਂ ਇਹ ਪਾਰਟੀ ਦਾ ਫਲਾਂ ਬੰਦਾ ਤੋੜ ਕੇ ਤੁਹਾਡੀ ਪੈਰਾਂ 'ਚ ਬਹਾ ਦੇਵਾਂ। ਜਿਹੜੇ ਇਹ ਵੀ ਬਹੁਤ ਸਾਰੀ ਅਫਸਰਸ਼ਾਹੀ ਇਸ ਕੰਮ ਦੇ ਵਿੱਚ ਵੀ ਰੁੱਝੀ ਹੋਈ ਆ ਜੀ ਕਿ ਕਿਸੇ ਤਰੀਕੇ ਨਾਲ ਖੁਸ਼ੀ ਹਾਸਲ ਕਰਨ ਲਈ ਦੂਜੀਆਂ ਸਿਆਸੀ ਪਾਰਟੀਆਂ ਦੇ ਲੋਕਾਂ ਤੇ ਰੋਬ ਪਾ ਕੇ, ਬੋਝ ਪਾ ਕੇ, ਲਾਲਚ ਦੇ ਕੇ ਕਹਿੰਦੇ ਚਲੋ ਹੁਣ ਸੱਤਾਧਾਰੀ ਇਹਨਾਂ ਦੇ ਨਾਲ ਬੈਠ ਕੇ ਖਾਓ, 4 ਦਿਨ ਪ੍ਰਸ਼ਾਦਾ ਸੁੱਖ ਦਾ ਮਿਲੇਗਾ। ਬਿਲਕੁਲ ਠੀਕ। ਜੇ ਉਹਨਾਂ ਦੀਆਂ ਰਿਪੋਰਟਾਂ ਕੀ ਮੁੱਖ ਮੰਤਰੀ ਪੰਜਾਬ ਨੂੰ ਇਸ ਗੱਲ ਦਾ ਗਿਆਨ ਨਹੀਂ ਸੀ ਕਿ ਜਦੋਂ ਮੈਂ ਕੁਝ ਦਿੱਤਾ ਹੀ ਨਹੀਂ ਹੈ ਤੇ ਆਖਰ ਇਹਨਾਂ ਵਿਧਾਇਕਾਂ ਨੇ ਵੀ ਕਾਹਦੇ ਸਿਰ ਦੇ ਉੱਤੇ ਆਪਣੇ
ਹਲਕੇ ਸੁਧਾਰ ਲੈਣੇ ਸੀ। ਨਹੀਂ, ਗੱਲ ਪੈਸਿਆਂ ਦੀ ਨਹੀਂ, ਹਲਕਿਆਂ 'ਚ ਪੈਸੇ ਦਾ ਸੁਣਿਆ ਫਲੋ ਰਿਹਾ, ਭਾਵੇਂ ਮਨਰੇਗਾ ਸੀ ਕੁਝ ਹੋਰ ਸੀ, ਕੰਮਕਾਜ ਚੱਲਦੇ ਰਹੇ, ਲੇਕਿਨ ਕੰਮਾਂ ਨਾਲ ਢਿੱਡ ਨਹੀਂ ਜੇ ਭਰਦਾ, ਸਿਆਸੀ ਸਮੀਕਰਨ ਹੋਰ ਮੰਗਦੇ ਆ। ਜਦੋਂ ਕੁਝ ਹਲਕੇ ਜਿਹੜੇ ਆ ਅਜੇ ਵੀ ਅੰਮ੍ਰਿਤਸਰ ਜ਼ਿਲ੍ਹੇ ਦੇ 1-2 ਹਲਕਿਆਂ ਨੂੰ ਤੇ ਮੈਂ ਵੀ ਜਾਣਦਾ, ਜਿੱਥੇ ਅਜੇ ਵੀ ਕਹਿਣ ਦੇ ਨੇ, ਕਹਿੰਦਾ ਯਾਰ ਸਾਡੀ ਆਵਾਜ਼ ਉਠਾਓ। ਮੈਂ ਕਿਹਾ ਤੁਹਾਨੂੰ ਕੀ ਤਕਲੀਫ ਆ, ਚੰਗਾ ਖਾਂਦੇ ਹੋ ਮਾੜਾ ਬੋਲਦੇ ਹੋ? ਕਹਿੰਦੇ ਨਹੀਂ, ਸਾਡੇ ਤੇ ਆਪਣੇ ਹੀ ਹੁਣ ਚੁੱਕੇ ਝੂਠੇ ਪਰਚੇ ਅੰਦਰ ਹੋਏ ਪਏ ਨੇ। ਬਿਲਕੁਲ, ਸਰਦਾਰ ਸਾਹਿਬ ਇੱਕ ਤਸਵੀਰ ਬਣਾ ਰਿਹਾ, ਇੱਕ ਤਸਵੀਰ ਹੋਰ ਆ। ਉਹ ਤਸਵੀਰ ਇਹ ਆ ਕਿ ਪ੍ਰਸ਼ਾਂਤ ਕਿਸ਼ੋਰ ਮਮਤਾ ਬੈਨਰਜੀ ਦੇ ਵੀ ਸਲਾਹਕਾਰ ਨੇ। ਬਿਲਕੁਲ। ਤੇ ਮਮਤਾ ਬੈਨਰਜੀ ਦੇ ਸਲਾਹਕਾਰ ਹੁੰਦਿਆਂ ਜਿੰਨੀ ਵੀ ਚੋਣ ਰਣਨੀਤੀ ਆ ਉਹ ਉਲੀਕੀ ਪ੍ਰਸ਼ਾਂਤ ਕਿਸ਼ੋਰ ਨੇ। ਸਹੀ ਗੱਲ। ਦੀਦੀ ਮਮਤਾ ਦੀਦੀ TMC ਵਾਲੇ ਉਹ ਚਿਹਰਾ ਨੇ, ਤੇ ਫੁੱਟਬਾਲ ਉਹਨਾਂ ਦੇ ਹੱਥਾਂ 'ਚ ਹੈ, ਤੇ ਹੈ ਉਹ ਵੀਲ ਚੇਅਰ ਤੇ ਨੇ। ਬੜੀ ਸੋਹਣੀ ਡਿਜ਼ਾਈਨ ਹੋਈ ਆ, ਜਿਹੜੀ ਲਹਿਰ ਬਣੀ ਸੀ, ਤੇ ਪੇਚਾ ਦੇਸ਼ ਦੇ ਸਾਡੇ ਸਮਿਆਂ ਦੇ ਸਭ ਤੋਂ ਤਾਕਤਵਰ ਆਗੂ ਨਾਲ ਆ, ਨਰਿੰਦਰ ਮੋਦੀ ਨਾਲ। ਸਹੀ ਗੱਲ। ਹੁਣ ਇਹ ਪ੍ਰਸ਼ਾਂਤ ਕਿਸ਼ੋਰ ਨਰਿੰਦਰ ਮੋਦੀ ਦੀ ਕਾਰਡ ਨੇ, ਤੁਹਾਨੂੰ ਵੀ ਪਤਾ, 14 'ਚ ਜੀ। ਯਾਰੀਆਂ ਤੇ ਯਾਰਾਨੇ ਪੁਰਾਣੇ ਹੋਣ, ਉਹ ਫਰਕ ਨਹੀਂ ਪੈਂਦਾ ਕਿ ਕਦੋਂ ਜੋਸ਼ ਮਾਰ ਜਾਣ। ਸਹੀ ਗੱਲ। ਅੱਜ ਬੰਗਾਲ ਦੀ ਚੋਣ ਰਣਨੀਤੀ ਤੇ ਰਾਜਨੀਤੀ ਇੱਕ ਮੁੱਦੇ ਤੇ ਕੇਂਦਰਿਤ ਹੋ ਗਈ ਕਿ ਕਿਸੇ ਜਗ੍ਹਾ ਤੇ ਪ੍ਰਸ਼ਾਂਤ ਕਿਸ਼ੋਰ ਨੇ ਇਹ ਕਿਹਾ ਸੀ ਕਿ ਬੀਜੇਪੀ ਜਿੱਤ ਰਹੀ ਆ ਤੇ ਨਰਿੰਦਰ ਮੋਦੀ ਪਪੂਲਰ ਬਹੁਤ ਨੇ ਬੰਗਾਲ 'ਚ। ਉਹ ਆਡੀਓ ਵਾਇਰਲ ਹੋਈ, ਅੱਜ ਸਾਰੇ ਚੈਨਲਾਂ ਤੇ ਪ੍ਰਸ਼ਾਂਤ ਕਿਸ਼ੋਰ ਦਾ ਚਰਚਾ, ਪ੍ਰਸ਼ਾਂਤ ਕਿਸ਼ੋਰ ਇੰਟਰਵਿਊਜ਼ ਦੇ ਰਹੇ ਨੇ। ਇੰਜ ਲੱਗ ਰਿਹਾ ਕਿ ਬੰਗਾਲ ਦੀ ਟੋਟਲ ਰਾਜਨੀਤੀ ਜਿਹੜੀ ਆ ਪ੍ਰਸ਼ਾਂਤ ਕਿਸ਼ੋਰ ਦੁਆਲੇ ਘੁੰਮ ਰਹੀ ਆ, ਤੇ ਅਸਿੱਧੇ ਢੰਗ ਨਾਲ ਪ੍ਰਸ਼ਾਂਤ ਕਿਸ਼ੋਰ ਮਮਤਾ ਬੈਨਰਜੀ ਦੀ ਚੋਣ ਚਲਾਉਂਦਿਆਂ ਬੀਜੇਪੀ ਨੂੰ ਸਪੋਰਟ ਕਰ ਗਏ। ਕੈਪਟਨ ਅਮਰਿੰਦਰ ਸਿੰਘ ਇਹ ਜਾਣਦੇ ਹੋਣਗੇ ਕਿ ਇਹੀ ਜਿਹੜੇ ਪ੍ਰਸ਼ਾਂਤ ਕਿਸ਼ੋਰ ਹੈ, ਸਭ ਤੋਂ ਪਹਿਲਾ ਯਾਰਾਨਾ ਮੋਦੀ ਨਾਲ, ਦੂਜਾ ਯਾਰਾਨਾ ਕੇਜਰੀਵਾਲ ਨਾਲ, ਤੀਜਾ ਯਾਰਾਨਾ ਕੈਪਟਨ ਅਮਰਿੰਦਰ ਸਿੰਘ ਨਾਲ। ਅਗਲੀ ਲੜਾਈ ਕੇਜਰੀਵਾਲ, ਮੋਦੀ ਔਰ ਅਮਰਿੰਦਰ ਹੋਣ ਵਾਲੀ ਆ। ਅਕਾਲੀ ਦਲ ਥੋੜਾ ਜਿਹਾ ਨਾਲ ਹੋਊਗਾ, ਲੇਕਿਨ ਸਰਦਾਰ ਜੀ ਇਹ ਡਰ ਘਰ ਕੀਤਾ ਹੋਊਗਾ। ਇੱਕ ਵੀਡੀਓ, ਇੱਕ ਆਡੀਓ ਪੰਜਾਬ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਫਿਰ ਆ ਸਕਦੀ ਆ। ਪ੍ਰਸ਼ਾਂਤ ਕਿਸ਼ੋਰ ਬਣੀ ਬਹੁਤ ਹਵਾ ਨੂੰ ਉਲਟ ਗੇੜਾ ਵੀ ਦੇਣਾ ਜਾਣ, ਜਿੱਦਾਂ ਬੰਗਾਲ 'ਚ। ਵੱਡੀ ਗੱਲ ਹੈ ਕਿ ਸਭ ਤੋਂ ਪਹਿਲੀ ਇੰਟਰਵਿਊ ਕਿਹਨੂੰ ਦੇ ਰਹੇ ਨੇ? ਉਸ ਅਰਨਬ ਗੋਸਵਾਮੀ ਨੂੰ ਜੀ, ਜਿਹਨੂੰ ਮਹਾਰਾਸ਼ਟਰ ਸਰਕਾਰ ਘੇਰਦੀ ਆ, ਜਿਹੜਾ ਉਹ TRP ਦਾ ਕੋਈ ਚੱਕਰ ਸੀ ਉਸ ਮੁੱਦੇ ਦੇ ਉੱਤੇ। ਕਦੇ ਅੰਦਰ ਗਿਆ, ਕਦੇ ਬਾਹਰ ਆਇਆ, ਕਦੇ ਅਦਾਲਤ 'ਚ, ਕਦੇ ਇੱਧਰ। ਲੇਕਿਨ ਉਹਨੂੰ ਹੱਥਾਂ ਤੇ ਕੌਣ ਚੁੱਕਦਾ? ਮੋਦੀ ਸਰਕਾਰ, ਭਾਜਪਾ। ਬਿਲਕੁਲ। ਅੱਜ ਉਸੇ ਅਰਨਬ ਗੋਸਵਾਮੀ ਦੇ ਸਾਹਮਣੇ ਜੇ ਤੁਹਾਡੀ ਕੋਈ ਮਜਬੂਰੀ ਬਣ ਗਈ ਹੈ ਕਿ ਤੁਸੀਂ, ਜਿਨ੍ਹਾਂ ਨੇ ਤੁਹਾਨੂੰ 4 ਦਮੜੇ ਦੇ ਕੇ ਸੱਦਿਆ ਹੋਏਗਾ ਕਿ ਤੁਸੀਂ ਸਾਡੇ ਲਈ ਕੰਮ ਕਰੋ, ਤੁਸੀਂ ਦੂਜਿਆਂ ਦੇ ਥੜੇ ਤੇ ਚੜ ਗਏ, ਤੇ ਫਿਰ ਹੁਣ ਮਮਤਾ ਦੀਦੀ ਜਿਹੜੀ ਸੀ, ਕੱਲ ਤੱਕ ਭਾਵੇਂ ਉਹ ਵੀਲ ਚੇਅਰ ਤੇ ਸੀ, ਉਹ ਕਹਿੰਦੀ ਸੀ ਇੱਕ ਸੱਟ ਲੱਗੇ ਪੈਰ ਦੇ ਨਾਲ ਸੂਬਾ ਸੰਭਾਂਗੀ, 2 ਪੈਰਾਂ ਦੇ ਨਾਲ ਬਾਅਦ ਚ ਦਿੱਲੀ ਤੇ ਕਬਜ਼ਾ ਕਰਾਂਗੀ। ਇਹਨਾਂ ਨੇ ਉਹਦੇ ਉਸ ਸੱਟ, ਕਹਿੰਦੇ ਨਾ ਕਿ ਸੱਜਣਾ ਨੇ ਫੁੱਲ ਮਾਰਿਆ ਤੇ ਸਾਡੀ ਰੂਹ ਅੰਬਰਾਂ ਤੱਕ ਰੋਈ ਜੀ। ਉਹਨਾਂ ਦਰਦ ਬੀਬੀ ਨੂੰ ਸ਼ਾਇਦ ਆਪਣੇ ਪੈਰ ਦੀ ਸੱਟ ਦਾ ਜਾਂ ਆਪਣੇ ਵਰਕਰਾਂ ਦੇ ਉੱਤੇ ਡਾਂਗਾਂ ਵੱਜਦੀਆਂ ਦਾ ਨਾ ਹੋਇਆ ਹੋਵੇ, ਜਿੰਨਾ ਇਸ ਚੀਜ਼ ਦਾ ਹੋਇਆ ਹੋਵੇ। ਔਰ ਅਗਰ ਇੰਨਾ ਹੀ ਕਾਬਲ ਸ਼ਖਸ ਕੋਈ ਅੱਜ ਸਾਡੀ ਸਰਕਾਰ ਕੋਲ ਹੈ, ਤੇ ਫਿਰ ਮਾਫ ਕਰਨਾ ਕਪਤਾਨ ਸਾਹਿਬ ਨੂੰ ਐਵੇਂ ਵਿਰੋਧੀਆਂ ਦੀ ਵੀ ਕੀ ਲੋੜ ਹੈ? ਬਹੁਤ ਖੂਬ। ਇੱਕ ਤਾਂ ਸ਼ੇਰ ਬੜੇ ਸੋਹਣੇ ਸੁਣਾਉਂਦੇ ਆ ਸਰਦਾਰ ਸਾਹਿਬ, ਪਰ ਮੈਂ ਫਿਰ ਕੇ ਉੱਥੇ ਹੀ ਆਉਣਾ ਹੈ। ਮਮਤਾ ਬਨਾਮ ਕੇਜਰੀਵਾਲ ਬੜੀ ਪੁਰਾਣੀ ਇਕੁਏਸ਼ਨ ਹੈ। ਜਦੋਂ ਕੇਜਰੀਵਾਲ ਨੂੰ ਲੋੜ ਪੈਂਦੀ ਰਹੀ, ਮਮਤਾ ਖਲਾਉਂਦੇ ਰਹੇ। ਮਮਤਾ, ਕੇਜਰੀਵਾਲ, ਪ੍ਰਸ਼ਾਂਤ ਕਿਸ਼ੋਰ, ਕੈਪਟਨ ਅਮਰਿੰਦਰ ਸਿੰਘ, ਇਕੁਏਸ਼ਨ ਹੋਰ ਗੁੰਝਲਦਾਰ ਹੋ ਜਾਂਦੀ। ਜਦੋਂ ਕੇਜਰੀਵਾਲ ਨੂੰ ਲੋੜ ਹੋਊਗੀ ਪੰਜਾਬ ਦੇ ਵਿੱਚ ਪੈਂਤੜਿਆਂ ਦੀ ਤੇ ਅਮਰਿੰਦਰ ਸਿੰਘ ਦੀਆਂ ਕਮਜ਼ੋਰੀਆਂ, ਕੌਣ ਜਾਣਦਾ? ਉਹੀ ਜਾਣਦਾ ਜਿਹੜਾ ਤੁਹਾਡੇ ਨਾਲ ਬੈਠਾ ਹੁੰਦਾ। ਜਿਹੜੇ ਤੁਹਾਡੇ MLA ਦੀਆਂ ਕਮਜ਼ੋਰੀਆਂ ਜਾਣਦੇ ਨੇ, ਜਾਂ ਜਿਨ੍ਹਾਂ ਨੂੰ ਤੁਹਾਡੀ ਅਫਸਰਸ਼ਾਹੀ ਨੂੰ ਤੁਸੀਂ ਆਦੇਸ਼ ਦਿੱਤੇ ਨੇ ਕਿ ਇਹ ਸਾਡੇ ਇਸ ਵੇਲੇ ਸਲਾਹਕਾਰ ਨੇ, ਇਹਨਾਂ ਨੂੰ ਹਰ ਕਿਸਮ ਦੀ ਜਾਣਕਾਰੀ ਦਿੱਤੀ ਜਾਵੇ। ਜਿਹੜੀ ਜਾਣਕਾਰੀ ਤੁਸੀਂ ਆਮ ਲੋਕਾਂ ਕੋਲੋਂ ਇੱਕ ਸੰਵਿਧਾਨਕ ਸਹੁੰ ਦੇ ਤਹਿਤ ਲੁਕੋਈ, ਉਹ ਜਾਣਕਾਰੀ ਉਹਨਾਂ ਦੇ ਕੋਲ ਜਾ ਰਹੀ ਹੋਏਗੀ, ਤੇ ਫਿਰ ਇਹਦੇ ਤੋਂ ਵੱਡੀ ਸੰਨ ਕਿਤੇ ਹੋਰ ਲੱਗ ਵੀ ਨਹੀਂ ਸਕਦੀ। ਉਹਨੂੰ ਵੀ ਸਾਈਡ ਤੇ ਰੱਖ ਲਓ ਸਰਦਾਰ ਜੀ। ਤੁਸੀਂ ਹੋ MLA ਤੇ ਮੈਂ ਮੰਨ ਲਓ PK,
ਸਪੋਜ਼ ਤੁਸੀਂ ਆਉਂਦੇ ਹੋ, ਸਾਹਮਣੇ ਬੈਠੇ ਹੋ, ਮੈਂ ਤੁਹਾਡੇ ਵੱਲ ਅੱਖ ਚੁੱਕ ਕੇ ਵੀ ਨਹੀਂ ਵੇਖਦਾ। ਜਿਹੜਾ ਐਮਐਲਏ ਆਪਣੀ ਸਲਤਨਤ ਦਾ ਸਰਦਾਰ ਹੈ। ਸਹੀ ਗੱਲ ਹੈ, ਤੁਸੀਂ ਪਹਿਲਾ ਲਫ਼ਜ਼ ਕਿਹਾ ਬਿਲਕੁਲ ਵੀ ਮੰਦਾ ਬੋਲਣਾ। ਘੱਟ ਤੋਂ ਘੱਟ 1.5 ਲੱਖ ਵੋਟ ਇੱਕ ਹਲਕਾ ਵਿਧਾਨ ਸਭਾ ਹਲਕੇ ਦੀ 1.5 ਲੱਖ ਦੇ ਕਰੀਬ ਵੋਟ ਹੁੰਦੀ ਆ ਜਿਹਦੀ ਉਹ ਨੁਮਾਇੰਦਗੀ ਕਰਦਾ ਹੈ। ਤੇ ਉਸ 1.5 ਲੱਖ ਨੂੰ ਤੁਸੀਂ ਜਦੋਂ 117 ਨਾਲ ਜਰਬ ਕਰਦੇ ਹੋ, ਫਿਰ ਜਾ ਕੇ ਤੁਸੀਂ ਕਹਿੰਦੇ ਹੋ ਕਿ ਸੂਬੇ ਦੀ ਵਸੋਂ ਜਿਹੜੀ ਆ ਉਹ ਇੰਨੀ ਆ ਤੇ ਵੋਟ ਸਾਡੀ ਇੰਨੀ ਆ। ਜਦੋਂ ਇੱਕ ਐਮਐਲਏ ਹੂਟਰ ਮਾਰਦੀ ਗੱਡੀ ਦੇ ਵਿੱਚੋਂ ਗਨਮੈਨ ਦੇ ਦਰਵਾਜ਼ਾ ਖੋਲਿਆ, ਪੈਰ ਥੱਲੇ ਪਾਉਂਦਾ ਹੋਊਗਾ ਬ੍ਰਾਂਡਡ ਸ਼ੂਜ਼ ਦੇ ਨਾਲ ਤੇ ਮੁਕਤਸਰੀ ਕੁੜਤੇ ਦੇ ਨਾਲ, ਤੇ ਅਗਲੇ ਬੰਨੇ ਇੱਕ ਬੰਦਾ ਜਿਹੜਾ ਕਿ ਚੋਣ ਮੈਨੇਜਮੈਂਟ ਦਾ ਮਾਹਰ ਆ, ਉਹਨੂੰ ਸਰ ਕਹਿ ਕੇ ਵਿਸ਼ ਵੀ ਕਰਨੀ ਪਈ, ਉਹਦੇ ਸਵਾਲਾਂ ਦੇ ਜਵਾਬ ਵੀ ਦੇਣੇ ਪਏ। ਉਹ ਤੁਹਾਨੂੰ ਪੁੱਛਦਿਆਂ ਕਿਤੇ ਇੱਧਰ ਵੇਖਦਾ ਹੋਊ, ਇਹਨੂੰ ਵੇਖਦਾ ਹੋਊ। ਸਰਦਾਰ ਜੀ, ਤਕਲੀਫ ਤਾਂ ਹੁੰਦੀ ਆ, ਫਿਰ ਪਾਣੀ ਗਲ ਚੜਦਾ ਹੈ। ਜਦੋਂ ਪਾਣੀ ਗਲ ਨੂੰ ਚੜਦਾ ਹੈ, ਸਾਹ ਔਖੇ ਹੋਣ ਲੱਗਦੇ ਆ, ਇਦਾਂ ਦੀਆਂ ਸਟੇਟਮੈਂਟ ਆਈ ਜਾਂਦੀਆਂ। ਗਾਹ ਤੁਰੀਏ। ਲੇਕਿਨ ਫਿਰ ਗੱਲ ਹੈ ਨਾ ਕਿ ਗਾਹ ਤੋਰ ਲੋ ਨਾ, ਜਦੋਂ ਵਾਕਿਆ ਹੀ ਪਾਣੀ ਇੱਥੋਂ ਤੱਕ ਆ ਜਾਂਦਾ, ਜਦੋਂ ਲੱਕ ਡੁੱਬਣ ਲੱਗਦਾ ਨਾ, ਫਿਰ ਬੰਦਾ ਕਹਿੰਦਾ ਤਿਨਕੇ ਨੂੰ ਵੀ ਹੱਥ ਪਾਉਂਦਾ ਵੀ ਇਹ ਵੀ ਮੈਨੂੰ ਬਾਹਰ ਕੱਢ ਦੇਵੇ ਹੁਣ। ਤੇ ਜਦੋਂ ਕਿਤੇ ਕੰਢੇ ਜਿਹੜੇ ਨੇ ਕੰਢੇ ਥੋੜਾ ਜਿਹਾ ਕਿਆਸੋ ਕਿ ਅਗਰ 100-150 ਬੰਦਾ ਇੱਕੋ ਟਾਈਮ ਕੰਢੇ ਨੂੰ ਹੱਥ ਪਾ ਲਵੇ ਤੇ ਕੰਢੇ ਵੀ ਵਿੱਚੇ ਡਿੱਗਣੇ ਨੇ। ਫਿਰ ਕੰਢੇ ਖੁਰ ਜਾਂਦੇ ਹੁੰਦੇ ਆ, ਕੰਢੇ ਵੀ ਖੁਰ ਜਾਂਦੇ ਨੇ, ਹੱਥ ਜੜਾ ਲਓ। ਇਹ ਬਹੁਤੇ ਕੰਢਿਆਂ ਦੀਆਂ ਕਹਾਣੀਆਂ ਨਾ ਪਾਓ। ਗੱਲ ਇਹ ਹੈ ਕਿ ਤਿੰਨਾਂ ਰਾਜਨੀਤੀਵਾਨਾਂ ਨੇ ਜਿਨ੍ਹਾਂ ਨੇ ਦਾਅਵਾ ਕਰ ਰੱਖਿਆ ਪੰਜਾਬ ਨੂੰ ਮੂਹਰਿਓਂ ਅਗਵਾਈ ਦੇਣ ਦਾ, ਬਿਲਕੁਲ ਕਿ ਸਾਡੇ ਤੋਂ ਬਿਹਤਰ ਕੋਈ ਨਹੀਂ। ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਤਖਤ ਸ੍ਰੀ ਦਮਦਮਾ ਸਾਹਿਬ ਵਿਸਾਖੀ ਦੇ ਮੌਕੇ ਤੇ ਮੱਥਾ ਟੇਕਣ ਜਾਂਦੇ ਆ ਤੇ ਸੰਗਤ ਦਾ ਵਿਰੋਧ ਮੁਰਦਾਬਾਦ ਦੇ ਰੂਪ ਚ ਹੁੰਦਾ, ਤੇ ਮੇਰੇ ਸਾਹਮਣੇ ਉਹ ਵਾਇਰਲ ਵੀਡੀਓ ਇੰਜ ਲੱਗ ਰਹੀ ਸੀ ਜਿਵੇਂ ਬਹੁਤ ਸਿਆਣਾ ਬੰਦਾ ਬਹੁਤ ਵੱਡੀਆਂ ਗਲਤੀਆਂ ਦੇ ਵਿੱਚੋਂ ਦੀ ਲੰਘ ਕੇ ਉੱਥੇ ਪਹੁੰਚ ਗਿਆ ਹੋਵੇ ਜਿੱਥੋਂ ਪਿਛਾਂ ਮੁੜਨਾ ਔਖਾ ਹੈ। ਸਹੀ ਗੱਲ। ਸੰਗਤ, ਜਿਸ ਸੰਗਤ ਨੇ ਜ਼ੋਰ ਲਾ ਕੇ 1920 ਚ ਅਕਾਲੀ ਦਲ ਬਣਾਇਆ, ਜਿਸ ਸੰਗਤ ਨੇ ਧਰਮ ਯੁੱਧ ਮੋਰਚਿਆਂ ਤੋਂ ਲੈ ਕੇ ਹਰ ਮੋਰਚੇ ਮੌਕੇ ਅਕਾਲੀ ਦਲ ਮਜ਼ਬੂਤ ਕੀਤਾ, ਜਿਸ ਸੰਗਤ ਦੇ 2.5 ਲੱਖ ਲੋਕਾਂ ਦੀ ਕੁਰਬਾਨੀ ਜਿਹੜੀ ਆ ਉਹ 20ਵੀਂ ਸਦੀ ਦਾ ਜਿਹੜਾ ਸੰਘਰਸ਼ ਆ ਧਰਮ ਯੁੱਧ ਮੋਰਚਾ ਉਹਦੇ ਵਿੱਚ ਹੈ। ਜਦੋਂ ਇਹ ਸੰਗਤ ਗਾਹੇ ਬਗਾਹੇ ਹਰ ਗੁਰੂ ਘਰ ਦੇ ਵਿੱਚੋਂ, ਹਰ ਕਾਨਫਰੰਸ ਦੇ ਵਿੱਚੋਂ, ਜਿਹੜੇ ਇਤਿਹਾਸਕ ਮੇਲੇ ਤੇ ਬਾਕੀ ਮੌਕੇ ਸੀ, ਉੱਥੋਂ ਅਕਾਲੀ ਦਲ ਨੂੰ ਸਪੋਰਟ ਕਰਦੀ ਰਹੀ, ਅੱਜ ਉਹ ਮੁਰਦਾਬਾਦ ਕਿਵੇਂ ਕਹਿ ਸਕਦੇ? ਇੱਕ ਹੋਰ ਪਹਿਲੂ ਆ, ਸੰਗਤ ਗੁਰੂ ਘਰ ਦੇ ਵਿੱਚ ਮੁਰਦਾਬਾਦ ਦਾ ਨਾਰਾ ਨਾ ਲਾਵੇ, ਅਸੀਂ ਅਪੀਲ ਕਰਦੇ। ਬਿਲਕੁਲ ਸਹੀ ਗੱਲ, ਨਹੀਂ ਚੰਗਾ, ਨਹੀਂ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ। ਗੁਰ ਇਤਿਹਾਸ ਚ, ਗੁਰ ਸਿਧਾਂਤ ਦੇ ਵਿੱਚ ਗੁਰੂ 20 ਵਿਸਵੇ, ਸੰਗਤ 21 ਵਿਸਵੇ। ਤੇ ਅਗਲੀ ਗੱਲ, ਜੇ ਸੰਗਤ ਲਈ ਇਹ ਸਭ ਪਾਬੰਦੀਆਂ ਤੇ ਅਨੁਸ਼ਾਸਨ ਨੇ ਨਹੀਂ ਹੋਣਾ ਚਾਹੀਦਾ, ਗੁਰੂ ਘਰਾਂ ਚ ਹਰ ਬੰਦਾ ਜੋ ਮੱਥਾ ਟੇਕਣ ਆਇਆ, ਭਾਵੇਂ ਉਹ ਕਿੱਡਾ ਵੱਡਾ ਵੀ ਗਲਤੀ ਕਰਕੇ ਆਇਆ, ਨਹੀਂ ਕਹਿਣਾ ਚਾਹੀਦਾ। ਲੇਕਿਨ ਕੀ ਸਰਦਾਰ ਸੁਖਬੀਰ ਸਿੰਘ ਬਾਦਲ ਲਈ ਇਹ ਸਵਾਲ ਮੂੰਹ ਅੱਡ ਕੇ ਖੜਾ ਨਹੀਂ ਹੋਊਗਾ ਕਿ ਆਖਰ ਤੁਸੀਂ ਸੈਲਫ ਐਨਾਲਿਸਿਸ ਲਈ, ਤੁਸੀਂ ਸਵੈ ਮੁਲਾਂਕਣ ਲਈ ਕਿਸ ਦਿਨ ਨਿੱਠ ਕੇ ਬੈਠੋਗੇ ਕਿ ਸੰਗਤ 'ਚ ਕਿਹੜੇ ਰੋਸ ਆ, ਅਸੀਂ ਕਿੱਥੇ ਕਿੱਥੇ ਗੁਨਾਹ ਗਲਤੀਆਂ ਕਰਕੇ ਆਏ ਆ ਜਿਹੜੇ ਬਖਸ਼ਿੰਦ ਨਹੀਂ ਹੋ ਰਹੇ, ਜਿੱਥੇ ਸਾਨੂੰ ਬਖਸ਼ਿਆ ਨਹੀਂ ਜਾ ਰਿਹਾ, ਜਿੱਥੇ ਵਿਰੋਧ ਦੀ ਇੱਕ ਵੱਡਾ ਸਿਲਸਿਲਾ ਬਣਿਆ, ਅਜੇ ਵੀ ਨਹੀਂ ਠੱਲ ਰਿਹਾ। ਕੀ ਅਸੀਂ ਕਦੇ ਇਹਨਾਂ ਨੂੰ ਇਹ ਨਿੱਠ ਕੇ ਬਹਿ ਕੇ ਸੋਚਦਿਆਂ, ਵੇਖਦਿਆਂ ਸੁਣਿਆ ਕਿ ਤੁਸੀਂ ਬੇਅਦਬੀ ਮਾਮਲਿਆਂ ਤੋਂ ਬਾਅਦ ਦੀਆਂ ਘਟਨਾਵਾਂ ਨੂੰ ਕਦੇ ਖੜ ਕੇ ਸਪਸ਼ਟੀਕਰਨ ਦੇ ਰੂਪ ਦੇ ਵਿੱਚ ਸੰਗਤ ਦੇ ਭੁਲੇਖੇ ਦੂਰ ਕੀਤੇ ਕਰਨੇ ਬਣਦੇ ਆ ਕਿ ਨਹੀਂ? ਦੇਖੋ, ਬੜੀਆਂ ਸਾਫ਼ ਗੱਲਾਂ ਨੇ ਕਿ ਜਿੰਨੇ ਤੁਸੀਂ ਨਿਯਮ, ਜਿੰਨੇ ਸਿਧਾਂਤ ਦੱਸੇ, ਇਹ ਕੋਈ ਵੀ ਧਰਮ ਸਥਾਨ ਹੋਵੇ ਆਮ ਲੋਕਾਂ ਤੇ ਲਾਗੂ ਹੁੰਦਾ ਜੀ। ਜਿਸ ਵੇਲੇ ਤੁਸੀਂ ਇਹ ਵੇਖਦੇ ਪਏ ਹੋ ਕਿ ਸੰਗਤ ਜਿਹੜੀ ਆ ਉਹ ਪੂਰੀ ਤਰ੍ਹਾਂ ਸਾਰਾ ਰਸਤਾ ਭਰਿਆ ਹੋਇਆ, ਸੰਗਤ ਜਾ ਰਹੀ ਆ, ਆਪਣੀ ਵਾਰੀ ਦੀ ਉਡੀਕ ਕਰ ਰਹੀ ਆ ਕਿ ਅਸੀਂ ਆਪਣੇ ਗੁਰੂ ਦੇ ਅੱਗੇ ਮੱਥਾ ਟੇਕਣ ਜਾਣਾ, ਉਹਦੇ ਕੋਲੋਂ ਕੁਝ ਮੰਗਣ ਜਾਣਾ ਝੋਲੀ ਅੱਡ ਕੇ। ਉਸ ਵੇਲੇ ਉਹਦੇ ਬਰਾਬਰ ਤੇ ਜਿਨ੍ਹਾਂ ਨੇ ਸੰਗਤ ਨੂੰ ਇਹ ਦੱਸਣਾ ਸੀ ਕਿ ਵਾਕਿਆ ਹੀ ਇੱਥੇ ਨਿਮਾਣੇ ਤੇ ਨਿਤਾਣੇ ਬਣ ਕੇ ਆਉਣਾ, ਜਾਂ ਜਿਹੜੇ ਪ੍ਰਚਾਰ ਦੇ ਨੇ ਕਿ ਇਹ ਗੁਰਧਾਮਾਂ ਦੀ ਪਾਰਦਰਸ਼ੀ ਪ੍ਰਬੰਧ ਵਿੱਚ ਸਾਡਾ ਵੀ ਹਿੱਸਾ ਹੈ, ਜਦੋਂ ਉਹ VIP ਟ੍ਰੀਟਮੈਂਟ ਲੈ ਕੇ ਅੱਗੇ ਆਉਣਗੇ, ਉਹਨਾਂ ਦੇ ਅੱਗੇ ਮੋਹਰੇ ਕੈਮਰਾ ਚੱਲਦੇ ਹੋਣਗੇ
ਉਹਨਾਂ ਦੀ ਸੁਰੱਖਿਆ ਵੱਖਰੀ ਲੈ ਕੇ ਜਾਂਦੀ ਹੋਵੇਗੀ, ਤੇ ਫਿਰ ਘੱਟੋ ਘੱਟ ਜਿਹੜੇ ਗੁਰੂ ਦੇ ਉਡੀਕ ਦੇ ਵਿੱਚ, ਦਰਸ਼ਨਾਂ ਦੀ ਉਡੀਕ 'ਚ ਖੜੇ ਨੇ, ਉਹਨਾਂ ਦੇ ਮਨ 'ਚ ਕਿਤੇ ਨਾ ਕਿਤੇ ਰੋਸ ਆਉਂਦਾ ਜ਼ਰੂਰ ਹੈ। ਫਿਰ ਉਹ ਰੋਸ ਕਿਤੇ ਚਿੰਗਾਰੀ ਵੀ ਬਣ ਜਾਂਦਾ ਤੇ ਫਿਰ ਉਹ ਨਾਰੇ ਦੇ ਰੂਪ 'ਚ ਉੱਗਦਾ। ਅਸੀਂ ਪੋਲੀਟੀਸ਼ੀਅਨਸ ਨੇ ਬਹੁਤ ਨਾਰੇ ਲਵਾਏ ਆ ਗੁਰੂ ਦੀ ਸੰਗਤ ਕੋਲੋਂ। ਸਹੀ ਗੱਲ। ਅਸੀਂ ਹਰ ਧਾਰਮਿਕ ਮੌਕੇ ਤੇ ਰੈਲੀਆਂ ਦੇ ਮੌਕੇ ਤੇ ਗੁਰੂ ਦੀ ਸੰਗਤ ਕੋਲੋਂ, ਸਿੱਖਾਂ ਕੋਲੋਂ, ਪੰਜਾਬੀਆਂ ਕੋਲੋਂ ਆਪਣੇ ਹੱਕ 'ਚ ਜਿੰਦਾਬਾਦ ਦੇ ਬੜੇ ਨਾਰੇ ਲਵਾਏ। ਸਹੀ ਗੱਲ ਹੈ। ਲੇਕਿਨ ਜਦੋਂ ਆਪ ਮੁਹਾਰੇ ਕੋਈ ਨਾਰਾ ਲੱਗਦਾ ਹੈ ਸਰਦਾਰ ਜੀ, ਉਹਦੇ ਅਰਥ ਕਈ ਗੁਣਾ ਵੱਡੇ ਹੋ ਜਾਂਦੇ। ਕੀ ਕੱਲ ਦੀ ਇਸ ਘਟਨਾ ਤੋਂ ਬਾਅਦ ਅਗਲੀ ਇਲੈਕਸ਼ਨ 'ਚ ਜਾ ਰਹੇ ਸਰਦਾਰ ਸੁਖਬੀਰ ਸਿੰਘ ਬਾਦਲ, ਜਿਹੜੇ ਕੱਲ ਵੀ ਇੱਕ ਟਿਕਟ ਅਨਾਉਂਸ ਕਰਕੇ ਗਏ ਆ, ਜਿਹੜੇ ਜੀਰੇ ਦੇ ਵਿੱਚ ਇੱਕ ਟਿਕਟ ਅਨਾਉਂਸ ਕਰਨ ਤੋਂ ਬਾਅਦ ਤਗੜੇ ਵਿਰੋਧ 'ਚ ਘਿਰ ਜਾਂਦੇ ਆ, ਅਵਤਾਰ ਸਿੰਘ ਜੀਰਾ ਜਿਹਨੂੰ ਮਿੰਨਾ ਕਹਿੰਦੇ ਆ, ਜਿਸ ਤਰੀਕੇ ਨਾਲ ਉਹਨੇ ਅਕਾਲੀ ਦਲ ਦੀਆਂ ਪਰਤਾਂ ਫਰੋਲਦਿਆਂ ਪਰਖੱਚੇ ਉਡਾ ਕੇ ਰੱਖਦੇ ਆ, ਕਿ ਇੱਕ ਪਲ ਲਈ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਦੇ ਮਨ 'ਚ ਨਹੀਂ ਆਇਆ ਹੋਊਗਾ ਕਿ ਠਹਿਰ, ਇੱਕ ਵਾਰੀ ਸੋਚ ਕਿ ਅਤੀਤ ਵਿੱਚ ਕਿੱਥੇ ਕਿੱਥੇ ਕੀ ਕੁਝ ਗਵਾਏ ਆ, ਕੀ ਕੁਝ ਛੱਡ ਆਏ ਆ। ਮੈਂ ਕੱਲਾ ਨਹੀਂ, ਮੈਂ ਵਿਅਕਤੀ ਵਿਸ਼ੇਸ਼ ਨਹੀਂ, ਮੇਰੇ ਨਾਲ ਇੱਕ ਪਰੰਪਰਾ ਤੁਰਦੀ ਆ, ਮੇਰੇ ਨਾਲ ਇੱਕ ਇਤਿਹਾਸ ਤੁਰਦਾ ਹੈ। 100 ਸਾਲਾਂ ਦੀ ਪਾਰਟੀ ਦਾ ਸਾਰਾ ਕੁਝ ਮੇਰੇ ਕੋਲ ਹੈ, ਮੈਂ ਅਗਵਾਈ ਦੇ ਰਿਹਾ। ਡਿਊਟੀ ਮੇਰੀ ਬਣਦੀ ਹੈ ਕਿ ਕਿਸੇ ਗਲਤੀ ਲਈ ਗਾਂਹ ਹੋ ਕੇ ਮਾਫੀ ਮੰਗਾ, ਤਾਂ ਕਿ ਸੰਗਤ ਨਾਲ ਤੁਰੇ, ਅਕਾਲੀ ਦਲ ਦੇ ਇਤਿਹਾਸ ਨੂੰ ਮੁੜ ਕੇ ਮੈਂ ਜੀਵੰਤ ਕਰ ਸਕਾਂ। ਮੈਨੂੰ ਤੁਹਾਡੇ ਤੇ ਇਤਰਾਜ਼ ਹੈ ਜੀ। ਅਕਾਲੀ ਦਲ, ਸੁਖਬੀਰ ਸਿੰਘ ਬਾਦਲ ਅਕਾਲੀ ਦਲ ਨੂੰ 100 ਸਾਲ ਤੱਕ ਨਹੀਂ ਲੈ ਕੇ ਗਏ ਜੀ। ਅਕਾਲੀ ਦਲ 100 ਸਾਲ ਦਾ ਜ਼ਰੂਰ ਹੋ ਗਿਆ, ਉਹ ਸੰਸਥਾ 100 ਸਾਲ ਦੀ ਜ਼ਰੂਰ ਹੈ, ਲੇਕਿਨ 100 ਸਾਲ ਦੀ ਉਸ ਵੇਲੇ ਕਹੋਗੇ ਜਦੋਂ ਉਹਦੇ ਮੂਲ ਸਿਧਾਂਤ ਨਹੀਂ ਬਦਲੇ ਗਏ ਹੋਣਗੇ। ਤੁਸੀਂ ਬਾਬਾ ਖੜਕ ਸਿੰਘ ਹੋਰਾਂ ਨੂੰ ਯਾਦ ਕਰ ਸਕਦੇ ਹੋ, ਬਾਬਾ ਖੜਕ ਸਿੰਘ ਹੋਰਾਂ ਨੂੰ ਯਾਦ ਕਰ ਸਕਦੇ ਹੋ, ਤੁਸੀਂ ਜਥੇਦਾਰ ਊਧਮ ਸਿੰਘ ਨਾਗੋਕੇ ਨੂੰ ਯਾਦ ਕਰ ਸਕਦੇ ਹੋ, ਤੁਸੀਂ ਅਣਗਿਣਤ ਮਾਸਟਰ ਤਾਰਾ ਸਿੰਘ ਹੋਰਾਂ ਨੂੰ ਯਾਦ ਕਰ ਸਕਦੇ ਹੋ, ਤੁਸੀਂ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੂੰ, ਜਿਹਨੂੰ ਲੋਹ ਪੁਰਸ਼ ਦਾ ਖਿਤਾਬ ਤਾਂ, ਤੁਸੀਂ ਯਾਦ ਕਰ ਸਕਦੇ ਹੋ ਅਕਾਲੀ ਦਲ ਵਜੋਂ, ਵੀ ਜਿਨ੍ਹਾਂ ਨੇ ਅਕਾਲੀ ਦਲ ਨੂੰ ਕਿਸੇ ਮੁਕਾਮ ਤੱਕ ਪਹੁੰਚਾਇਆ। ਕਿਸ ਤਰ੍ਹਾਂ ਕਿ ਆਪਣਾ ਮੂਲ ਸਿਧਾਂਤ ਨਹੀਂ ਛੱਡਿਆ ਜਿਹਦੇ ਚੋਂ ਪੈਦਾ ਹੋਏ ਸੀ। ਹੁਣ ਜਦੋਂ ਤੁਸੀਂ, ਤੁਹਾਡੀ ਆਪਣੀ ਉਮਰ ਜਿਹੜੀ ਆ ਇਸ ਵੇਲੇ ਅਕਾਲੀ ਦਲ 'ਚ 12 ਸਾਲ ਦੀ ਹੈ ਜੀ ਪ੍ਰਧਾਨਗੀ ਵਜੋਂ, ਔਰ 12 ਸਾਲ ਦੇ ਵਿੱਚ ਜੋ ਕੁਝ ਤੁਸੀਂ ਦਿੱਤਾ ਆ ਉਹ ਤੁਹਾਡੇ ਸਾਹਮਣੇ ਆ। ਸ਼ਾਇਦ ਕੋਈ ਅਕਾਲੀ ਦਲ ਦਾ ਪ੍ਰਧਾਨ ਐਸਾ ਨਾ ਹੋਵੇ ਜਿਹਨੂੰ ਇੰਨੀ ਤਗੜੀ ਵਿਰੋਧਤਾ ਜਾਂ ਜਿਹਦੇ ਖਿਲਾਫ ਲੋਕ ਉਹਦੀ ਆਪਣੀ ਪਾਰਟੀ ਦੇ ਆਏ ਹੋਣ। ਮਾਮੂਲੀ ਵਿਰੋਧਤਾ ਹੁੰਦੀ ਰਹੀ ਆ ਜੀ। ਮਾਸਟਰ ਤਾਰਾ ਸਿੰਘ ਪੰਥ ਰਤਨ ਲੋਕ ਕਹਿੰਦੇ ਸਨ, ਅਕਾਲ ਤਖਤ ਸਾਹਿਬ ਦਾ ਉਹ ਨਹੀਂ ਮਿਲਿਆ ਲੋਕ ਕਹਿੰਦੇ ਸਨ। ਗੁਰਚਰਨ ਸਿੰਘ ਟੌੜਾ, ਜਿਨ੍ਹਾਂ ਨੂੰ ਅਕਾਲੀ ਦਲ ਨੇ ਕਦੇ ਗਦਾਰ, ਕਾਂਗਰਸ ਦਾ ਏਜੰਟ ਕਿਹਾ ਸੀ, ਉਸ ਨੂੰ ਪੰਥ ਰਤਨ ਉਦੋਂ ਦਵਾਇਆ ਗਿਆ ਜਦੋਂ ਉਹ ਸਾਡੇ ਨਾਲ ਸਹਿਮਤ ਹੋ ਗਿਆ। ਤੇ ਜੇ ਇਹ ਸਿਆਸਤ ਸਿਰਫ ਸਹਿਮਤੀ ਦੀ, ਮੌਕਾ ਪ੍ਰਸਤੀ ਦੀ ਤੇ ਚੰਦ ਸੱਤਾ ਦੀ ਆ, ਸੱਤਾ ਲਈ ਹੈ, ਤੇ ਫਿਰ ਇਹ ਵਾਕਿਆ ਹੀ ਅਕਾਲੀ ਦਲ ਨਹੀਂ ਹੈ। ਅਕਾਲੀ ਦਲ ਦੇ ਸੰਵਿਧਾਨ ਦੇ ਵਿੱਚ ਕਿਤੇ ਵੀ ਨਹੀਂ ਹੈ ਕਿ ਤੁਸੀਂ ਰਾਜ ਭਾਗ ਲਈ ਲੜਨਾ ਆ ਸਰਦਾਰ ਜਾਂ ਰਾਜ ਭਾਗ ਤੇ ਬੈਠਣਾ ਆ। ਜਦੋਂ ਤੁਸੀਂ ਇਹ ਗੱਲ ਕਰ ਰਹੇ ਹੋ ਜੀ, ਇੰਨਾ ਹੀ ਭਲਾ ਛਿਣਾ ਦੇ ਵਿੱਚ ਜਲੰਧਰ 'ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੱਕ ਐਲਾਨ ਕਰ ਰਹੇ ਆ ਜੀ, ਜਿਹੜਾ ਸਿੱਖੀ ਸਿਧਾਂਤਾਂ ਦੇ ਪਤਾ ਨਹੀਂ ਕਿੰਨਾ ਕੁ ਅਨੁਕੂਲ ਆ, ਤੁਸੀਂ ਦੱਸਿਓ ਜੀ। ਉਹ ਕਹਿੰਦੇ ਆ ਕਿ ਇਸ ਵਾਰੀ ਅਕਾਲੀ ਸਰਕਾਰ ਬਣਨ ਤੇ ਕੋਈ ਦਲਿਤ ਚਿਹਰਾ ਉਪ ਮੁੱਖ ਮੰਤਰੀ ਹੋਏਗਾ। ਹੁਣ ਮੈਨੂੰ ਇਹ ਸਮਝਾਓ ਕਿ ਪਪੂਲਰ ਚੋਣ ਰਾਜਨੀਤੀ ਜਿਹੜੀ ਇਹੀ ਮੰਗ ਕਰਦੀ ਹੈ ਕਿ ਤੁਸੀਂ ਵਰਗਾਂ ਧਰਮਾਂ 'ਚ ਵੰਡ ਦਿਓ। ਮੈਨੂੰ ਦੱਸੋ, ਸਿੱਖ ਧਰਮ ਦੇ ਵਿੱਚ ਦਲਿਤ ਔਰ ਕਿਸੇ ਹੋਰ ਤਰ੍ਹਾਂ ਦੀ ਜਾਤ ਵਖਰੇਵਿਆਂ ਦਾ ਕੋਈ ਕਿਸੇ ਤਰ੍ਹਾਂ ਦਾ ਇਹ ਪ੍ਰਾਵਧਾਨ ਪ੍ਰਬੰਧ ਹੈਗਾ? ਮੈਂ ਤੇ ਗੱਲ ਉਹੀ ਗੱਲ ਕਰ ਰਿਹਾ ਕਿ ਜਦੋਂ ਤੁਸੀਂ ਅਕਾਲੀ ਦਲ ਸ਼ਬਦ ਦਾ ਵਰਤੋਂ ਕੀਤੀ ਹੈ, ਜਦੋਂ ਸ਼ਬਦ ਅਕਾਲੀ ਲਾ ਰਹੇ ਹੋ, ਸ਼ਬਦ ਅਕਾਲੀ ਦਲ ਕਹਿ ਰਹੇ ਹੋ, ਨਾਲ ਸ਼੍ਰੋਮਣੀ ਲਾ ਰਹੇ ਹੋ, ਔਰ ਤੁਸੀਂ ਇਹ ਦਾਅਵਾ ਕਰਦੇ ਹੋ ਕਿ ਸਾਡਾ ਜਨਮ ਅਕਾਲ ਤਖਤ ਸਾਹਿਬ ਦੇ ਸਨਮੁਖ ਜੀ। ਕੀ ਅਕਾਲੀ ਦਲ ਦੇ ਪ੍ਰਧਾਨ ਵਾਕਈ ਅੰਮ੍ਰਿਤਧਾਰੀ ਨੇ? ਕੀ ਉਹਨਾਂ ਤੇ ਅਕਾਲੀ ਦਲ ਦਾ ਸਿਧਾਂਤ ਲਾਗੂ ਨਹੀਂ ਹੁੰਦਾ? ਮੇਰੀ ਬੇਨਤੀ ਫਿਰ ਤੁਹਾਡੇ ਵਿੱਚ ਜਾਤ ਪਾਤ ਕਿੱਥੋਂ ਆ ਗਿਆ? ਇਹ ਗੱਲ ਆ। ਇਹਦਾ ਮਤਲਬ ਕਿ ਤੁਸੀਂ ਵਾਰਾ ਖਾਦੀ ਸਿਆਸਤ, ਤੁਹਾਨੂੰ ਲੱਗਦਾ ਇੱਥੇ
ਆ ਜਿਹੜੇ ਸਮਾਜ ਜਿਨ੍ਹਾਂ ਨੂੰ ਅਸੀਂ ਦਲਿਤ ਕਹਿੰਦੇ ਆ, ਹਾਂ, ਸਾਡੇ ਕਹਿਣ ਦੇ ਉੱਤੇ ਵੀ ਸਾਨੂੰ ਸ਼ਰਮ ਆਉਣੀ ਚਾਹੀਦੀ ਕਿ ਅਸੀਂ ਸਮਾਜ ਦੇ ਉਸ ਹਿੱਸੇ ਨੂੰ ਆਰਥਿਕ ਤੌਰ ਤੇ ਮਜ਼ਬੂਤ ਨਹੀਂ ਕਰ ਸਰ ਸਕੇ। ਇੱਕ ਬੇਨਤੀ ਸੁਣੋ ਕਿ ਅਸੀਂ ਉਸ ਘਟਨਾ ਦਾ ਜ਼ਿਕਰ ਕਰ ਰਹੇ ਹਾਂ ਜਿਹੜੀ ਵਿਸਾਖੀ ਦੇ ਦਿਨ ਦੀ ਆ, ਜਦੋਂ ਖਾਲਸਾ ਦੀ ਸਾਜਨਾ ਜੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਕਰਦੇ। ਵਿਸਾਖੀ ਵਾਲੇ ਦਿਨ ਸੁਖਬੀਰ ਸਿੰਘ ਬਾਦਲ ਨੂੰ ਸੰਗਤ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ, ਔਰ ਉਹਦੇ ਠੀਕ ਇੱਕ ਦਿਨ ਬਾਅਦ ਗੁਰੂ ਸਿਧਾਂਤ ਦੇ ਉਲਟ ਤੁਸੀਂ ਵਰਗ ਵੰਡ ਦੇ ਵਿੱਚ ਇਹ ਆਪਣੇ ਆਪ ਨੂੰ ਕਰ ਰਹੇ ਹੋ। ਇੱਕ ਵੀ ਸਬਕ ਸਾਡੇ ਲਈ ਖੜਾ ਨਹੀਂ। ਮੈਂ ਕਹਿੰਦਾ ਕਿ ਜਿਹੜੇ ਕਿਸੇ ਵੀ ਪੱਧਰ ਤੇ ਪਛੜੇ ਹੋਏ ਨੇ ਆਰਥਿਕ ਤੌਰ ਤੇ, ਅਦਰਵਾਈਜ਼ ਕਿਸੇ ਪੱਧਰ ਤੇ ਕੋਈ ਬੰਦਾ ਬੰਦੇ ਤੋਂ ਵੱਖਰਾ ਹੋ ਹੀ ਨਹੀਂ ਸਕਦਾ। ਜੇ ਕੋਈ ਆਰਥਿਕ ਤੌਰ ਤੇ ਕਮਜ਼ੋਰ ਆ, ਉਹ ਪੂਰਾ ਹੀ ਵਰਗ ਜੇ ਕਮਜ਼ੋਰ ਆ, ਉਹਨੂੰ ਉੱਪਰ ਚੱਕਣ ਲਈ ਤੁਸੀਂ ਕੁਝ ਵੀ ਕਰ ਸਕਦੇ ਹੋ, ਲੇਕਿਨ ਤੁਸੀਂ ਵਰਗ ਵੰਡ ਦੇ ਵਿੱਚ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਅਸੀਂ ਇਸ ਤੈਨੂੰ ਐਸ ਕੈਟਾਗਰੀ 'ਚ ਰੱਖਣਾ। ਹੋ ਸਕਦਾ ਕਿ ਕੋਈ ਜਿਹਨੂੰ ਤੁਸੀਂ ਦਲਿਤ ਕਹਿੰਦੇ ਹੋ ਉਹਨਾਂ ਦੇ ਵਿੱਚੋਂ, ਉਸ ਤੁਹਾਡੇ ਨਜ਼ਰੀਏ ਨਾਲ ਉਹਨਾਂ ਦੇ ਵਿੱਚੋਂ ਕੋਈ ਮੁੱਖ ਮੰਤਰੀ ਤੋਂ ਵੀ ਵੱਧ ਸਮਰੱਥਾ ਵਾਲਾ ਹੋਵੇ। ਡਾਕਟਰ ਭੀਮ ਰਾਓ ਅੰਬੇਦਕਰ ਸੰਵਿਧਾਨ ਲਿਖਦੇ ਆ, ਇਤਿਹਾਸਕ ਮੌਕਿਆਂ ਤੇ ਤੁਸੀਂ ਦੇਖੋਗੇ ਕਿ ਸਾਡੇ ਸੰਵਿਧਾਨ 'ਚ ਕਿੰਨੀ ਵਿਲੱਖਣਤਾ ਹੈ। ਕੀ ਕੋਈ ਪੰਜਾਬ ਦੇ ਵਿੱਚ ਮੁੱਖ ਮੰਤਰੀ ਵੀ ਬਣ ਸਕਦਾ ਹੈ ਉਹਨਾਂ ਵਰਗਾਂ 'ਚੋਂ? ਤੁਸੀਂ ਉਹਨਾਂ ਨੂੰ ਸੀਮਤ ਕਿਉਂ ਕਰ ਰਹੇ ਹੋ? ਡਿਪਟੀ ਮੁੱਖ ਮੰਤਰੀ ਤੁਹਾਨੂੰ ਜੇ ਅਕਾਲੀ ਦਲ ਦੇ ਪ੍ਰਧਾਨ ਹੁੰਦਿਆਂ ਗੁਰਸਿੱਖ ਰਹਿਣਾ ਹੈ, ਅੰਮ੍ਰਿਤਧਾਰੀ ਰਹਿਣਾ ਹੈ, ਗੁਰੂ ਦੀ ਇਹੀ ਸਿਧਾਂਤ ਤੇ ਇਹੀ ਸੰਕਲਪ ਨੇ ਕਿ ਕੋਈ ਬੰਦਾ ਬੰਦੇ ਤੋਂ ਵੱਖਰਾ ਨਹੀਂ। ਮੈਨੂੰ ਇੰਜ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਸਵੈ ਮੁਲਾਂਕਣ ਲਈ ਕੁਝ ਸਮਾਂ ਆਪਣੇ ਲਈ ਕੱਢਣਾ ਚਾਹੀਦਾ। ਉਸ ਵੇਲੇ ਆਪਣੇ ਸਾਰੇ ਸਲਾਹਕਾਰ ਪਾਸੇ ਕਰ ਦੇਣ। ਅਜੇ ਸਮਾਂ ਨਹੀਂ ਆ। ਇਹ ਜਿਹੜਾ ਯੁੱਗ ਜਾ ਰਿਹਾ ਆਲਾ ਕੋਈ 12-13 ਮਹੀਨੇ ਆ ਰੰਧਾਵਾ ਜੀ, ਇਹ 12-13 ਮਹੀਨੇ ਸਲਾਹਕਾਰਾਂ ਦੇ ਸਿਰ ਤੇ ਚੱਲਣੇ ਨੇ। 8 ਮਹੀਨੇ 9 ਮਹੀਨੇ 10 ਮਹੀਨੇ ਜਦ ਤੱਕ ਆਪਾਂ ਬਣ ਨਹੀਂ ਜਾਂਦੇ ਕੁਝ ਮੁੱਖ ਮੰਤਰੀ ਜਾਂ ਬਣ ਨਹੀਂ ਜਾਂਦੇ ਜਾਂ ਦੂਜੇ ਨੂੰ ਨਹੀਂ ਬਣਾ ਦਿੰਦੇ, ਤਦ ਤੱਕ ਅਸੀਂ ਸਲਾਹਕਾਰਾਂ ਦੇ ਆਸਰੇ ਜਿਉਣਾ। ਸਲਾਹਕਾਰਾਂ ਦੀ ਲੋੜ ਉਦੋਂ ਨਹੀਂ ਹੁੰਦੀ ਜਦੋਂ ਅਸੀਂ ਸੱਤਾ ਤੋਂ ਲੱਥ ਜਾਂਦੇ ਆ। ਫਿਰ ਸਾਨੂੰ ਹਰ ਬੰਦੇ ਚੋਂ ਆਪਣਾ ਹੀ ਭਰਾ ਭੈਣ ਨਜ਼ਰ ਆਉਂਦੇ ਨੇ। ਜਦੋਂ ਸੱਤਾ ਮਿਲ ਜਾਂਦੀ ਫਿਰ ਤੇ ਸਲਾਹਕਾਰ ਤੇ ਛੱਡੋ, ਫਿਰ ਤੇ ਜਿਹੜੇ ਸੂਬੇ ਦੇ 2 ਕਰੋੜ ਲੋਕ ਉਹ ਨਜ਼ਰ ਨਹੀਂ ਆਉਂਦੇ। ਮੈਂ ਥੋੜਾ ਅੱਗੇ ਤੁਰਾਂ। ਬੀਤਿਆ ਦਿਨ ਘਟਨਾਵਾਂ ਭਰਪੂਰ ਸੀਗਾ ਔਰ ਨਵਜੋਤ ਸਿੰਘ ਸਿੱਧੂ ਸਵੇਰੇ 7 ਵਜੇ ਜਲਦੀ ਸਵੇਰੇ ਅੰਮ੍ਰਿਤਸਰ ਤੋਂ ਕੋਈ ਮੇਰੇ ਖਿਆਲ ਸਫ਼ਰ ਵੀ 2-2.5 ਘੰਟੇ ਦਾ ਹੋਣਾ ਹੈ। ਇਹਦਾ ਮਤਲਬ ਸਵੇਰੇ 5 ਵਜੇ ਨਿਕਲੇ ਹੋਣਗੇ। ਉਹ ਗੁਰਦੁਆਰਾ ਬੁਰਜ ਜਵਾਰ ਸਿੰਘ ਵਾਲਾ, ਜਿੱਥੋਂ ਦੀਆਂ ਘਟਨਾਵਾਂ ਨੇ ਪੰਜਾਬ ਦੀ ਸਿਆਸੀ ਫਿਜ਼ਾ 'ਚ 1 ਜੂਨ 2015 ਇਸੇ ਗੁਰਦੁਆਰਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਚੋਰੀ ਕੀਤਾ ਜਾਂਦਾ ਹੈ ਜੀ, ਔਰ ਸ਼ਾਮ ਨੂੰ ਗੁਰਦੁਆਰਾ ਸਾਹਿਬ ਦੀ ਕੰਧ ਤੇ ਪੋਸਟਰ ਲਾ ਦਿੱਤਾ ਜਾਂਦਾ ਕਿ ਅਸੀਂ ਤੁਹਾਡਾ ਗੁਰੂ ਚੋਰੀ ਕਰ ਲਿਆ ਜੀ, ਜੇ ਤੁਹਾਡੇ 'ਚ ਹਿੰਮਤ ਹੈਗੀ ਤੇ ਲੱਭ ਕੇ ਦਿਖਾ ਦਿਓ। ਉਦੋਂ ਪੰਥਕ ਸਰਕਾਰ ਸੀ, ਸਾਰੀ ਪੁਲਿਸ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕੋਲ ਸੀ। ਬਿਲਕੁਲ ਇਹਨਾਂ ਦੇ ਹੁਕਮ ਤੇ ਸੀ। ਲੇਕਿਨ ਕਈ ਦਿਨ ਲੰਘਣ ਤੋਂ ਬਾਅਦ ਵੀ ਕੁਝ ਨਹੀਂ ਹੁੰਦਾ। ਫਿਰ ਇੱਕ ਦਿਨ ਉਹ ਸਾਰੇ ਦੇ ਸਾਰੇ ਗੁਰੂ ਦੇ ਅੰਗ ਪੱਤਰੇ ਸਾਨੂੰ ਬੇਹੁਰਮਤੀ ਦੇ ਰੂਪ 'ਚ ਮਿਲਦੇ। ਚਲੋ ਆਪਾਂ 14 ਅਕਤੂਬਰ 2015 ਜੀ, ਲੇਕਿਨ ਇਸ ਮਾਮਲੇ ਦੀ ਜਿਹੜੀ ਜਾਂਚ ਵੀ ਹੁੰਦੀ ਹੈ ਉਹ ਸਾਰੇ ਉਸ ਇਲਾਕੇ ਦੇ ਮੋਹਤਵਰ ਕਰਦੇ ਨੇ। ਉਸ ਇਲਾਕੇ ਦੇ ਮੋਹਤਵਰ ਜਾਂਚ ਕਰਕੇ ਦੱਸਦੇ ਨੇ ਪੁਲਿਸ ਨੂੰ, ਔਰ ਉਸ ਵੇਲੇ ਦੇ ਡੀਐਸਪੀ ਜੈਤੋਂ ਜਿਹੜੇ ਨੇ ਉਹਨਾਂ ਦਾ ਜ਼ਿਕਰ ਹੁੰਦਾ ਕਿ ਉਹਨਾਂ ਨੂੰ ਜਾ ਕੇ ਕਿਹਾ ਜਾਂਦਾ ਜੀ ਆਹ ਸਾਨੂੰ ਸ਼ੰਕਾ ਆ ਤੇ ਤੁਸੀਂ ਕਾਰਵਾਈ ਕਰੋ। ਉਹ ਕਹਿੰਦੇ ਨੇ ਜੀ 1-2 ਦਿਨ ਇੰਤਜ਼ਾਰ ਹੋਰ ਕਰ ਲਈਏ ਜੀ। ਮੈਂ ਆਪਣੇ ਅਫਸਰਾਂ ਨਾਲ ਗੱਲ ਕਰ ਰਿਹਾ। ਉਸ ਇੰਤਜ਼ਾਰ ਦੇ ਵਿੱਚ 14 ਅਕਤੂਬਰ ਨੂੰ ਉਹ ਪਾਣਾ ਵਰਤ ਜਾਂਦਾ ਹੈ। ਬਾਕੀ ਸਭ ਤੁਹਾਡੇ ਸਾਹਮਣੇ ਆ, ਹਰ ਘਟਨਾ ਤੁਹਾਨੂੰ ਪਤਾ ਹੈ, ਬਹੁਤ ਵਿਸਥਾਰ 'ਚ ਜਾਣ ਦੀ ਲੋੜ ਨਹੀਂ। ਲੇਕਿਨ ਕੱਲ ਜਦੋਂ ਨਵਜੋਤ ਸਿੰਘ ਸਿੱਧੂ ਉੱਥੇ ਸੰਗਤ ਦੇ ਨਾਲ ਖੜ ਕੇ ਇੱਕ ਵੀਡੀਓ ਪਬਲਿਸ਼ ਕਰਦੇ ਆ ਜਿਹੜੀ ਵਾਇਰਲ ਹੁੰਦੀ ਆ, ਆਪਣੀ ਸਰਕਾਰ ਦੇ ਉੱਤੇ ਸਖਤ ਹਮਲਾ ਬੋਲਦੇ ਆ, ਲੋਕ ਉਦੋਂ ਸਾਡੇ ਵਰਗੇ ਜਿਹੜੇ ਸਮਝਦੇ ਆ ਕੋਈ ਪੰਜਾਬ ਦੀ ਰਾਜਨੀਤੀ 'ਚ ਬਦਲਾਅ ਹੋਵੇ, ਇੱਥੋਂ ਦੇ ਸਿਸਟਮ 'ਚ ਕੁਝ ਵਧੀਆ ਵਾਪਰੇ, ਸਾਡੇ ਸਾਲਾਂ ਦੀਆਂ ਜਿਹੜੀਆਂ ਖਾਹਿਸ਼ਾਂ ਨੇ ਚੰਗੇ ਪ੍ਰਸ਼ਾਸਨ ਦੀਆਂ ਤੇ ਪੰਜਾਬ ਦੇ ਵਧਣ ਫੁੱਲਣ ਦੀਆਂ, ਉਹਨਾਂ ਨੂੰ ਬੂਰ ਪਵੇ। ਅਸੀਂ ਬੜੀ ਦੇਰ ਦੇ ਖਾਹਿਸ਼ਮੰਦ ਆ ਕਿ ਕੋਈ ਪੰਥ ਦਰਦੀ, ਪੰਜਾਬ ਦਰਦੀ, ਇਸ ਖਿੱਤੇ ਨੂੰ ਅੱਗੇ ਲਿਜਾਣ ਵਾਲਾ ਵਿਜ਼ਨਰੀ ਬੰਦਾ ਗਾਂਹ ਵਧੇ। ਸਿੱਧੂ ਤੋਂ ਉਮੀਦ ਕਰਨ ਲੱਗ ਜਾਂਦੇ ਆ ਕਿ ਸਿੱਧੂ ਸਾਹਿਬ ਕੋਈ ਅਨਾਉਂਸਮੈਂਟ ਕਰ ਦੇਣਗੇ। ਪੰਜਾਬ ਦੇ ਲੋਕਾਂ ਨੂੰ ਇਨਸਾਫ ਮਿਲਦਾ ਨਹੀਂ ਦਿਸਦਾ ਇਸ ਮਾਮਲੇ 'ਚ, ਤੇ ਕਿਉਂ ਨਾ ਕੋਈ ਵੱਡਾ ਪ੍ਰੋਗਰਾਮ ਦੇਣ ਤੇ ਲਾਈਕ ਮਾਈਂਡਡ ਲੋਕਾਂ ਨੂੰ ਨਾਲ ਲੈ ਕੇ ਪੰਜਾਬ ਦੇ ਵਿੱਚ ਇੱਕ ਨਵੀਂ ਲਹਿਰ, ਇੱਕ ਨਵੀਂ ਰਾਜਨੀਤੀ, ਇੱਕ ਨਵਾਂ ਤੌਰ ਤਰੀਕਾ ਸ਼ੁਰੂ ਕਰਨਾ। ਅਫਸੋਸ ਕੱਲ ਸ਼ਾਮ ਤੱਕ ਸਿੱਧੂ ਸਾਹਿਬ ਦਾ ਐਸਾ ਕੋਈ ਬਿਆਨ ਦੁਬਾਰਾ ਨਹੀਂ ਆਇਆ। ਉਹ ਗਏ, ਵਾਪਸ ਪਰਤ ਆਏ। ਸ਼ਾਇਦ ਅਜੇ ਵੀ ਉਹ ਜਮਾ ਘਟਾਓ ਕਰਦੇ ਹੋਣਗੇ ਕਿ ਕਿਸ ਮੌਕੇ ਤੇ ਕਿਹੜੀ ਸੱਟ ਬਿਹਤਰ ਰਹੂਗੀ, ਕਿਸ ਧਿਰ ਨਾਲ ਤੁਰਨਾ ਜ਼ਿਆਦਾ ਫਾਇਦੇਮੰਦ ਹੋਊਗਾ।
ਜਾਂ ਕਿੱਥੇ ਜ਼ਿਆਦਾ ਮਿਹਨਤ ਕੀਤੇ ਬਿਨਾਂ ਬੋਲ-ਬਾਲ ਕੇ ਸਰ ਜੂ। ਲੇਕਿਨ ਸਾਡੀ ਹੱਥ ਜੋੜ ਕੇ ਸਿੱਧੂ ਸਾਹਿਬ ਨੂੰ ਬੇਨਤੀ ਹੈ ਕਿ ਪਰਿਸਥਿਤੀਆਂ ਬਹੁਤ ਜ਼ਿਆਦਾ ਉਲਝਣ ਵਾਲੀਆਂ ਨੇ, ਤੁਸੀਂ ਆਪਣੀ ਭੂਮਿਕਾ ਸਪਸ਼ਟ ਕਰ ਦਿਓ, ਅਦਰਵਾਈਜ਼ ਤੁਸੀਂ ਵੀ ਉਸ ਧੁੰਦਲਕੇ ਨੂੰ ਗਾੜਾ ਹੀ ਕਰ ਰਹੇ ਹੋ, ਕੋਈ ਮਦਦ ਨਹੀਂ ਕਰ ਰਹੇ। ਬਹੁਤ ਅਹਿਮ ਆ ਕਿ ਜਾਂ ਤਾਂ ਨੰਗੇ ਧੜ ਮੈਦਾਨ ਚ ਆ ਜਾਓ, ਜਾਂ ਫਿਰ ਲੋਕਾਂ ਦੀ ਖਾਹਿਸ਼ ਜਿਹੜੀ ਸਿੱਧੂ ਦੇ ਰੂਪ ਚ ਆ ਉਹਨੂੰ ਮਰਨ ਦਿਓ। ਵੈਸੇ ਇਹਦੇ ਵਿੱਚ ਇੱਕ ਸਵਾਲ ਜਿਹੜਾ ਸਿੱਧੂ ਸਾਹਿਬ ਨੇ ਆਪ ਹੀ ਖੜਾ ਕਰ ਦਿੱਤਾ, ਉਹ ਕਹਿੰਦੇ ਕਿ ਇਨਸਾਫ ਦੇਣ ਵਾਲਿਆਂ ਨੇ ਇਸ ਮਸਲੇ ਨੂੰ ਸ਼ਤਰੰਜ ਦੀ ਖੇਡ ਬਣਾ ਦਿੱਤਾ। ਜਿਹੜੇ ਹੁਕਮਰਾਨ ਸੀ ਉਹਨਾਂ ਦੀ ਘੇਰਾਬੰਦੀ ਕਰ, ਹੁਕਮ ਦੇਣ ਵਾਲੇ ਹੁਕਮਰਾਨ ਸੀ ਉਹਨਾਂ ਦੀ ਘੇਰਾਬੰਦੀ ਕਰਕੇ ਉਹਨਾਂ ਨੂੰ ਸੁਰੱਖਿਅਤ ਕਰ ਦਿੱਤਾ ਗਿਆ ਤੇ ਨਿਸ਼ਾਨਾ ਪਿਆਦਿਆਂ ਤੇ ਸਾਧੇ ਜਾ ਰਿਹਾ। ਜਿਹੜੀ ਸਭ ਤੋਂ ਅਹਿਮ ਗੱਲ ਉਹ ਕਹਿੰਦੇ ਨੇ ਕਿ ਜਿਹੜੇ ਲੋਕ ਇਸ ਬੇਅਦਬੀ ਦੇ ਮਾਮਲੇ 'ਚ ਸਿੱਖਾਂ ਨੂੰ ਇਨਸਾਫ ਨਹੀਂ ਦੇ ਸਕੇ, ਉਹ ਪੰਜਾਬ ਦਾ ਕੀ ਸਵਾਰ। ਇਹਦੇ ਤੇ ਦੋ ਧਿਰਾਂ ਕਿਉਂਕਿ ਸਾਹਮਣੇ ਨੇ, ਇੱਕ ਅਕਾਲੀ ਦਲ ਜਿਹਦੇ ਸਮੇਂ ਦੌਰਾਨ ਸਾਰਾ ਕੁਝ ਵਾਪਰਦਾ, ਜਿਹਦੇ ਕੋਲੋਂ ਇਨਸਾਫ ਦੀ ਆਸ ਕੀਤੀ ਗਈ ਸੀ ਮੁੱਢਲੇ ਪੜਾਅ ਤੇ, ਜਿਹੜੀ 2017 ਤੱਕ ਨਹੀਂ ਮੁਕੰਮਲ ਹੋਈ। ਦੂਸਰਾ ਪੜਾਅ ਸ਼ੁਰੂ ਹੁੰਦਾ 2017 ਤੋਂ 2021 ਜਿਹੜਾ ਚੜਿਆ, ਉਸ ਸਰਕਾਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਇੱਕ ਧਿਰ ਨੇ, ਇੱਕ ਹਿੱਸਾ ਨੇ ਉਹਦਾ। ਹੁਣ ਆਖਰ ਨਵਜੋਤ ਸਿੰਘ ਸਿੱਧੂ ਇਸ ਸ਼ਤਰੰਜ ਦੇ ਵਿੱਚ ਕਿਹੜੇ ਕਿਹੜੇ ਗੀਟੀਆਂ ਜਿਹੜੀਆਂ ਵੱਡੀਆਂ ਨੂੰ ਮੰਨਦੇ ਨੇ, ਕੀ ਉਹ ਦੋਨਾਂ ਨੂੰ ਬਰਾਬਰ ਦਾ ਰੱਖ ਰਹੇ ਨੇ ਜੀ, ਆਪ ਨੂੰ ਵਿੱਚੋਂ ਮਨਫੀ ਕਰ ਰਹੇ ਨੇ ਜਾਂ ਨਹੀਂ ਕਰ ਰਹੇ। ਕਿਉਂਕਿ ਸਾਨੂੰ ਯਾਦ ਆ ਕਿ ਜਦੋਂ 1 ਜੂਨ 2018 ਨੂੰ ਬਰਗਾੜੀ ਮੋਰਚਾ ਲੱਗ ਗਿਆ ਸੀ, ਉਸ ਮੋਰਚੇ ਤੋਂ ਬਾਅਦ ਇੱਕ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੀ ਜਿਹਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਇਨਸਾਫ ਮੰਗਣ ਵਾਲਿਆਂ ਦੀ ਕਤਾਰ ਵਿੱਚ ਖੜਾ ਸੀ। ਹੁਣ ਕੱਲ ਨਵਜੋਤ ਸਿੰਘ ਸਿੱਧੂ ਜਦੋਂ ਉੱਥੇ ਗਏ ਨੇ, ਉਸ ਵੇਲੇ ਕਹਿੰਦੇ ਨੇ ਕਿ ਕਿਸੇ ਨੂੰ ਕੁਛ ਨਹੀਂ ਸੀ ਪਤਾ, ਨਾ ਪਿੰਡ ਵਾਲਿਆਂ ਨੂੰ ਨਾ ਪੀੜਤ ਪਰਿਵਾਰਾਂ ਨੂੰ ਵੀ ਕੋਈ ਸ਼ੱਕ ਆ ਰਿਹਾ ਜੀ। ਇਹਨਾਂ ਦੀ ਆਪਣੀ ਟੀਮ ਨਾਲ ਸੀ, ਗਏ ਨੇ ਉੱਥੇ, ਜਿਹੜੇ ਲੋਕ ਮਿਲੇ ਨੇ ਉਹਨਾਂ ਦੇ ਨਾਲ ਖਲੋ ਕੇ ਆਪਣੀ ਟੀਮ ਨੇ ਵੀਡੀਓ ਬਣਾਈ ਤੇ ਉਹਨੂੰ ਜਨਤਕ ਕਰ ਦਿੱਤਾ ਗਿਆ। ਜਦ ਕਿ ਉਹਦੇ ਲਾਗੇ ਕੋਟਕਪੂਰਾ ਚੌਂਕ ਦੇ ਵਿੱਚ ਉਹ ਸਾਰੇ ਲੋਕ ਇੱਕ ਸਮੂਹ ਦੇ ਰੂਪ ਵਿੱਚ ਬੈਠੇ ਸਨ, ਬਿਲਕੁਲ ਬੈਠੇ, ਜਿਹਦੇ ਚ ਕ੍ਰਿਸ਼ਨ ਭਗਵਾਨ ਸਿੰਘ ਦਾ ਬੇਟਾ ਸੁਖਰਾਜ ਸਿੰਘ ਨਿਆਮੀਆਂ, ਦੂਸਰੇ ਗੁਰਜੋਤ ਸਿੰਘ ਸਰਾਵਾਂ ਦੇ ਵੀ ਬੱਚੇ ਔਰ ਹੋਰ ਵੀ ਜਥੇਬੰਦੀਆਂ ਜਿਹੜੀਆਂ ਕਿ ਇਸ ਗੱਲ ਦਾ ਮੁਲਾਂਕਣ ਕਰ ਰਹੀਆਂ ਸਨ ਕਿ ਜਿੱਥੋਂ ਤੁਰੇ ਸਾਂ ਉੱਥੇ ਹੀ ਆ ਖੜੇ ਹੋਏ। ਬਿਲਕੁਲ ਵੀ ਇਨਸਾਫ ਮੰਗਣ ਨਿਕਲੇ ਸੀ 14 ਅਕਤੂਬਰ ਨੂੰ ਜੀ, ਅੱਜ ਫੇਰ 7 ਸਾਲ ਬਾਅਦ ਉੱਥੇ ਆ ਕੇ ਖਲੋ ਗਏ। ਸਿਆਸਤਦਾਨਾਂ ਦਾ ਕਿੱਡਾ ਕਰੂਪ ਚਿਹਰਾ ਸਾਹਮਣੇ ਆ ਰਿਹਾ। ਔਰ ਵੱਡੀ ਗੱਲ ਕਿ ਜਿਹਨਾਂ ਲੋਕਾਂ ਨੇ ਧਰਮ ਦਾ ਚੋਲਾ ਪਾ ਕੇ ਕਿਹਾ ਸੀ ਅਸੀਂ ਤੁਹਾਨੂੰ ਇਨਸਾਫ ਦਿਵਾਵਾਂਗੇ, ਕੱਲ ਉਹਨਾਂ ਨੂੰ ਵੀ ਉੱਥੇ ਖਰੀਆਂ ਸੁਣਾਈਆਂ ਅਗਲਿਆਂ ਨੇ। ਦੇਖੋ ਉਹਨਾਂ ਨੇ ਇੱਕ ਪੀਕ ਤੇ ਗਈ ਮੁਹਿੰਮ ਦੇ ਵਿੱਚ ਬਿਲਕੁਲ ਨੈਗੋਸੀਏਸ਼ਨ ਤੋਂ ਬਾਅਦ ਆਪਣਾ ਆਪ ਮਾਈਨਸ ਕਰ ਲਿਆ। ਬਿਲਕੁਲ ਅੱਜ ਮੈਂ ਸਰਦਾਰ ਸਾਹਿਬ ਇਸ ਮੌਕੇ ਤੇ ਨਵਜੋਤ ਸਿੰਘ ਸਿੱਧੂ ਦੇ ਮੁਕਾਬਲੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਜ਼ਿਆਦਾ ਨੰਬਰ ਦੇਣਾ ਚਾਹੂੰਗਾ। ਕੱਲ ਅੱਧੀ ਰਾਤ ਨਾਲ ਉਹਨਾਂ ਨੇ ਇੱਕ ਆਪਣੀ ਪੋਸਟ ਪਬਲਿਸ਼ ਕੀਤੀ ਸੀਗੀ, ਹੁਣ ਬਹੁਤ ਸਾਰੇ ਲੋਕਾਂ ਨੇ ਉਹਨੂੰ ਪੜ੍ਹ ਲਿਆ ਹੋਊਗਾ। ਉਹ ਕਹਿੰਦੇ ਸੀ ਕਿ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ। ਉਹ ਕਹਿੰਦੇ ਆਈ ਡਿਡ ਮਾਈ ਪਾਰਟ ਨੋ ਰਿਗਰੈਟ, ਠੀਕ ਹੈ। ਉਹ ਕਹਿੰਦੇ ਆਈ ਰਿਕੁਐਸਟ ਐਵਰੀਬਾਡੀ not to glamorize or politicize the issue। ਬੜੇ ਸਾਫ਼ ਲਫ਼ਜ਼ਾਂ ਚ ਕਹਿ ਰਿਹਾ ਕਿ each and every sentence of my report and charge sheet is an evidence in itself। ਹੁਣ ਗੱਲ ਇਹ ਆ ਕਿ ਬੰਦਾ ਕਦੇ ਵੀ ਇੰਨੀ ਬਹਾਦਰੀ ਨਾਲ ਨਹੀਂ ਲੜ ਸਕਦਾ ਕਿ ਉਹ ਕਹਿੰਦਾ ਕਿ ਠੀਕ ਹੈ, ਜੇਕਰ ਇਸ ਸੱਚ ਦੇ ਰਾਹ ਤੇ ਮੇਰੀ ਜਿਹੜੀ ਜੌਬ ਹੈ ਕੁਝ ਨਹੀਂ ਕਰ ਪਾ ਰਹੀ ਤੇ ਚਲੋ ਛੱਡੀ। ਹੁਣ ਗੱਲ ਇਹ ਆ ਕਿ ਬਹੁਤ ਪ੍ਰਭਾਵਸ਼ਾਲੀ ਲੋਕਾਂ ਦੇ ਖਿਲਾਫ ਜਾਂਚ ਕਰ ਰਹੇ ਸੀ ਉਹ, ਬਹੁਤ ਪ੍ਰਭਾਵਸ਼ਾਲੀ। ਸਹੀ ਗੱਲ ਹੈ। ਔਰ ਐਸੀ ਜਾਂਚ ਜਿਹੜੀ ਕਦੇ ਕਿਸੇ ਤਣ ਪੱਤਰ ਨਹੀਂ ਲੱਗਦੀ, ਬੰਦੇ ਨੇ ਕੰਡੇ ਲਾਤੀ। ਤੇ ਫਿਰ ਮੈਂ ਅੱਜ ਜਿਹੜੇ ਉੱਥੇ ਕੱਲ ਲੋਕ ਬੈਠੇ ਨੇ,
ਆਪਣਾ ਕੋਟਕਪੂਰਾ ਬੱਤੀਆਂ ਵਾਲੇ ਚੌਂਕ 'ਚ ਮੈਂ ਉਹਨਾਂ ਕੁਝ ਲੋਕਾਂ ਦੇ ਨਾਲ ਗੱਲ ਕੀਤੀ। ਮੈਂ ਕਿਹਾ ਕਿ ਤੁਸੀਂ ਤਕਰੀਬਨ ਮੁਲਾਂਕਣ ਕਰ ਰਹੇ ਆ? ਕਹਿੰਦੇ ਜੀ ਅਸੀਂ ਕਾਫੀ ਹਿੱਸਾ ਉੱਥੇ ਬੈਠ ਕੇ ਵਿਚਾਰਿਆ। ਮੈਂ ਕਿਹਾ ਮੇਰਾ ਇੱਕ ਛੋਟਾ ਜਿਹਾ ਸਵਾਲ ਆ ਕਿ ਜਿਸ ਦਿਨ ਜਿਹੜੀ ਬੁਰਜ ਜਵਾਹਰ ਸਿੰਘ ਵਾਲਾ ਮਾਮਲੇ ਦੇ ਵਿੱਚ ਸਪੈਸ਼ਲ ਇਨਵੈਸਟੀਗੇਟਿੰਗ ਟੀਮ DIG ਰਣਬੀਰ ਸਿੰਘ ਖੱਟੜੇ ਦੀ ਕਮਾਨ ਹੇਠ ਬੜੀ ਸੀ, ਜਦੋਂ ਰਣਬੀਰ ਸਿੰਘ ਖੱਟੜੇ ਨੂੰ ਉਸ ਸਿੱਟ ਤੋਂ ਵੱਖ ਕਰ ਦਿੱਤਾ ਗਿਆ, ਉਦੋਂ ਖਾਮੋਸ਼ੀ ਕਿਉਂ ਸੀ? ਕਹਿੰਦੇ ਕਿ ਸਾਨੂੰ ਇਹ ਸੀ ਕਿ ਇਹ ਜਾਂਚ ਤਕਰੀਬਨ ਤਣ ਪੱਤਣ ਲੱਗ ਚੁੱਕੀ ਹੈ ਜੀ, ਕਿਉਂਕਿ ਪਹਿਲਾਂ CBI ਨੇ ਉਹ ਸਾਰੇ ਬੰਦੇ ਬਰੀ ਕਰ ਦਿੱਤੇ ਸੀ। CBI ਉਸ ਕਾਂਡ ਨੂੰ ਡੇਰਾ ਸਰਸੇ ਦੇ ਨਾਲ ਜੋੜ ਹੀ ਨਹੀਂ ਸੀ ਰਹੀ। ਲੇਕਿਨ ਜਦੋਂ ਉਹੀ ਲੋਕਾਂ ਨੂੰ ਬਕਾਇਦਾ ਖੱਟੜਾ ਵਾਲੀ ਜਾਂਚ ਕਮੇਟੀ ਨੇ ਇਨਵੈਸਟੀਗੇਟ ਕੀਤਾ ਤੇ ਉਹ ਸੱਚ ਸਾਹਮਣੇ ਆ ਗਿਆ, ਉਹ ਅੰਦਰ ਦੇਤੇ ਉਹਨੇ, ਉਹ ਅੰਦਰ ਲੋਕ ਚਲੇ ਗਏ। ਕਹਿੰਦੇ ਹੁਣ ਸਵਾਲ ਇਹ ਆ ਕਿ ਸਾਨੂੰ ਇਹ ਅਹਿਸਾਸ ਹੁਣ ਹੋਇਆ ਕਿ ਸਾਨੂੰ ਪਹਿਲਾਂ ਵੀ ਚੁੰਡੀ ਵੱਢ ਕੇ ਦੇਖੀ ਗਈ ਸੀ ਕਿ ਇਹ ਵਾਕਈ ਜਾਗਦੇ ਨੇ ਕਿ ਸੁੱਤੇ ਨੇ ਜੀ। ਕਹਿੰਦੇ ਹੁਣ ਉਹਦੇ ਤੋਂ ਬਾਅਦ ਜਿਹੜਾ ਦੁਸ਼ਮਣ ਆ ਅਖੇ ਬਾਤ ਕਰੇ ਅਨਹੋਣੀ, ਉਸ ਛੋਟੀ ਜਿਹੀ ਉਮਰ ਦੇ ਨੌਜਵਾਨ ਨੇ ਗੱਲ ਕਹੀ। ਕਹਿੰਦਾ ਕਾਰਨ ਹੈ ਕਿ ਭਾਜੀ ਬੜਾ ਸਾਫ਼ ਹੈ ਕਿ ਸ਼ਾਇਦ ਸਾਡੇ ਜਿਹੜੇ ਇਸ ਵੇਲੇ ਹਾਕਮ ਹੈ ਉਹਨਾਂ ਮੈਨੂੰ ਵੀ ਇਸ ਗੱਲ ਦਾ ਗਿਆਨ ਨਹੀਂ ਸੀ ਕਿ ਸਾਡੀ ਵਿਧਾਨ ਸਭਾ ਜਿਹੜੀ ਆ ਉਹਦਾ ਪਾਸ ਕੀਤਾ ਮਤਾ ਨਿਹੱਥਾ ਵੀ ਹੋ ਸਕਦਾ, ਕਿਉਂਕਿ ਅਸੀਂ ਆਪਣੇ ਆਪ ਨੂੰ ਸਿਰਫ ਇਸੇ ਕਾਰਜ ਦੇ ਨਾਲ ਪਿੱਠ ਤਾਪ ਲਈ ਕਿ ਅਸੀਂ ਮਤਾ ਪਾਸ ਕਰ ਦਿੱਤਾ, ਲੇਕਿਨ ਉਸ ਮਤੇ ਨੂੰ ਅੱਖਰ ਅੱਖਰ ਲਾਗੂ ਕਰਨਾ ਕਿਤੇ ਨਾ ਕਿਤੇ ਚੂਕ ਰਹਿ ਗਈ। ਬਹੁਤ ਸਾਰੇ ਸਵਾਲ ਹੈ ਜਿਨ੍ਹਾਂ ਦੇ ਉੱਤੇ ਤੁਸੀਂ ਘੰਟਿਆਂ ਤੱਕ ਗੱਲ ਕਰਦੇ ਰਹੋ, ਮੁੱਕਣ ਵਾਲੀ ਨਹੀਂ, ਕਿਉਂਕਿ ਬੇਇਨਸਾਫੀਆਂ ਦਾ ਨਾਇਨਸਾਫੀਆਂ ਦਾ ਸਿਲਸਿਲਾ ਬਹੁਤ ਲੰਬਾ ਹੈ। ਇਸ ਸਿਲਸਿਲੇ ਦੇ ਵਿੱਚੋਂ ਇਨਸਾਫ ਦੂਰ ਤੱਕ ਦਿਸਦਾ ਨਹੀਂ, ਲੇਕਿਨ ਕੁਦਰਤੀ ਇਨਸਾਫ ਤੋਂ ਕਦੇ ਕੋਈ ਬਚ ਨਹੀਂ ਸਕਿਆ। ਰਾਜੇ ਮਹਾਰਾਜੇ ਤੇ ਸ਼ਾਸਕ ਵਰਗ ਸਦਾ ਜਿੱਡਾ ਮਰਜ਼ੀ ਤਗੜਾ ਰਿਹਾ ਹੋਵੇ, ਲੋਕਤਾ ਦੇ ਸਾਹਮਣੇ ਆਖਰ ਇੱਟ ਖੜਕ ਜਾਂਦੀ ਇੱਟ ਨਾਲ। ਵੇਖਣਾ ਹੋਊਗਾ ਕਿ ਪੰਜਾਬ ਦੇ ਸੁੱਤੇ ਲੋਕ ਕਦੋਂ ਜਾਗਦੇ ਆ, ਪੰਜਾਬ ਦੇ ਹਤੈਸ਼ੀਆਂ ਨੂੰ ਕਦੋਂ ਉਹ ਕੁਰਸੀਆਂ ਸੌਂਪਦੇ ਆ, ਤੇ ਫਿਰ ਕਦੋਂ ਇਸ ਖੁਸ਼ਹਾਲ ਖਿੱਤੇ ਦੀ ਤਕਦੀਰ ਤੇ ਤਦਬੀਰ ਬਦਲਦੀ ਆ। ਖਾਹਿਸ਼ ਜਿਉਂਦੀ ਰਹਿਣੀ ਚਾਹੀਦੀ ਆ, ਸੁਪਨੇ ਪਲਦੇ ਰਹਿਣੇ ਚਾਹੀਦੇ ਆ, ਸਮਾਂ ਤੁਰਦਾ ਰਹਿੰਦਾ ਹੈ, ਬੰਦੇ ਨੂੰ ਵੀ ਤੁਰਦੇ ਰਹਿਣਾ ਚਾਹੀਦਾ। ਬਹੁਤ ਮਿਹਰਬਾਨੀ।